ਇੱਕ ਖਬਰ ਜੋ ਮੀਡੀਆ ਵਿੱਚ ਪ੍ਰਮੁੱਖਤਾ ਨਾਲ ਨਸ਼ਰ ਨਾ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤਨਖਾਹੀਆ ਕਰਾਰ ਦਿੱਤੇ ਜਾਣਾ। ਮਤਵਾਜੀ ਜਥੇਦਾਰ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਕੀ ਇਹ ਜਾਇਜ਼ ਹੈ? ਕੀ ਇਹ ਤਰਕਸੰਗਤ ਹੈ? ਕੀ ਇਵੇਂ ਹੀ ਹੁੰਦਾ ਹੈ? ਇਹ ਸਾਰੇ ਸਵਾਲ ਨੇ। ਦੂਜਾ ਮਾਮਲਾ ਵੀ ਬਹੁਤ ਅਹਿਮ ਆ। ਹਰਸਿਮਰਤ ਕੌਰ ਬਾਦਲ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ 'ਚ ਇੱਕ ਪੱਤਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਦੇ ਆ। ਇਹਦੀ ਇਬਾਰਤ ਤੇ ਨੁਕਤਾ ਨਜ਼ਰ ਇਹਨੂੰ ਵੀ ਸਮਝਣ ਦਾ ਯਤਨ ਕਰਦੇ ਆ। ਔਰ ਤੀਜਾ ਅਹਿਮ ਸਵਾਲ, ਸੁਖਬੀਰ ਸਿੰਘ ਬਾਦਲ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ, ਪ੍ਰੈਸ ਦੇ ਰੂਬਰੂ ਸੀਗੇ। ਕੁਝ ਅਹਿਮ ਸਵਾਲ ਉਹ ਪ੍ਰੈਸ ਕਾਨਫਰੰਸ ਵੀ ਆਪਣੇ ਪਿੱਛੇ ਛੱਡ ਜਾਂਦੀ ਆ। ਇਹਨਾਂ तमाम ਮੁੱਦਿਆਂ ਦੇ ਉੱਤੇ ਗੱਲ ਕਰਨ ਲਈ ਸਾਡੇ ਕੋਲ ਵੱਡੇ ਐਕਸਪਰਟ ਨੇ, ਵੱਡੇ ਜਰਨਲਿਸਟ ਨੇ। ਸਰਦਾਰ ਹਮੀਰ ਸਿੰਘ ਜੀ ਜਿਹੜੇ ਕਿ ਸੰਪਾਦਕ ਨੇ ਪੰਜਾਬ ਟੈਲੀਵਿਜ਼ਨ ਦੇ, ਔਰ ਇਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜਿਹੜੇ ਕਿ ਹਿਸਟੋਰੀਅਨ ਵੀ ਨੇ, ਔਰ ਜਿਨ੍ਹਾਂ ਨੇ ਤਾ ਉਮਰ ਇੰਡੀਅਨ ਐਕਸਪ੍ਰੈਸ ਨਾਲ ਬਤੌਰ ਜਰਨਲਿਸਟ ਅੱਗੇ ਵਧੇ ਨੇ। ਮੈਂ ਜੀ ਆਇਆਂ ਆਖਦਾ। ਥੈਂਕ ਯੂ, ਸ਼ੁਕਰੀਆ ਜੀ। ਸਰਦਾਰ ਜਗਤਾਰ ਸਿੰਘ ਜੀ, ਸਭ ਤੋਂ ਪਹਿਲਾਂ ਜਦੋਂ ਧਿਆਨ ਸਿੰਘ ਮੰਡ ਅਕਾਲ ਤਖਤ ਸਾਹਿਬ ਦੇ ਬਾਹਰ, ਦਰਬਾਰ ਸਾਹਿਬ ਦੇ ਬਾਹਰ ਜਦੋਂ ਮੀਡੀਆ ਦੇ ਰੂਬਰੂ ਸੀਗੇ, ਉਹ ਇੱਕ ਪੱਤਰ ਦਿਖਾ ਰਹੇ ਸੀ ਜਿਹੜਾ ਪਹਿਲਾਂ ਉਹਨਾਂ ਨੇ ਦਾਅਵਾ ਕੀਤਾ ਸੀ ਕੋਈ ਮਹੀਨਾ ਕੁ ਪਹਿਲਾਂ ਕਿ ਇਹ ਮੁੱਖ ਮੰਤਰੀ ਵੱਲੋਂ 2 MLA ਲੈ ਕੇ ਆਏ, ਪਰ ਉਹ ਪੱਤਰ ਵੀ ਸ਼ੱਕ ਦੇ ਦਾਇਰਿਆਂ 'ਚ ਆ। ਉਹ ਕਹਿ ਰਿਹਾ ਕਿ ਇਹ ਛਲ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਨਾਲ। ਇਹ ਧਿਆਨ ਸਿੰਘ ਮੰਡ ਦੇ ਲਫ਼ਜ਼ ਨੇ। ਉਹ ਪੱਤਰ ਜਦੋਂ ਦਿੱਤਾ ਗਿਆ ਸੀ ਉਦੋਂ ਭਾਈ ਮੰਡ ਵੱਲੋਂ ਇਹ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਵੱਲੋਂ ਲਿਖਿਆ, ਲੇਕਿਨ ਅੱਜ ਪੱਤਰ ਦੇ ਵਿੱਚ ਮੁੱਖ ਮੰਤਰੀ ਵੱਲੋਂ ਲਿਖੇ ਜਾਣ ਸੰਬੰਧੀ ਕੁਝ ਵੀ ਨਹੀਂ ਸੀਗਾ। ਸੋ ਇੱਕ ਤਾਂ ਇਹ ਮਾਮਲਾ, ਤੇ ਦੂਜਾ ਮੁੱਖ ਮੰਤਰੀ ਨੂੰ ਤਨਖਾਹੀਆ ਕਰਾਰ ਦਿੱਤੇ ਜਾਣਾ। ਉੱਥੇ ਮੌਜੂਦ ਪੱਤਰਕਾਰ ਜਦੋਂ ਸਵਾਲ ਪੁੱਛ ਰਹੇ ਸੀ ਕਿ ਤੁਸੀਂ ਕਿਸੇ ਪਤਿਤ ਨੂੰ ਤਨਖਾਹੀਆ ਕਰਾਰ ਦੇ ਸਕਦੇ ਹੋ, ਇਹ ਸਾਰੇ ਸਵਾਲ ਖੜੇ ਨੇ। ਔਰ ਕੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁੰਦਿਆਂ ਜੇ ਭਾਈ ਧਿਆਨ ਸਿੰਘ ਮੰਡ ਕੋਈ ਐਕਟ ਕਰ ਰਹੇ ਨੇ ਤਾਂ ਇਹਨੂੰ ਤੁਸੀਂ ਕਿਸ ਤਰ੍ਹਾਂ ਨਾਲ ਅੱਗੇ ਵਧਾਓਗੇ? ਇਹਨੂੰ ਕਿਵੇਂ ਸਮਝੀਏ? ਮੈਂ ਸ਼ੁਰੂ ਦੇ ਵਿੱਚ ਹੀ ਇੱਕ ਗੱਲ ਫਿਰ ਕਲੀਅਰ ਕਰ ਦਿਆਂ ਕਿ ਪੰਜਾਬ ਸਰਕਾਰ ਨੇ ਜਿਹੜੀ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਅਸੈਂਬਲੀ 'ਚ ਅਮੈਂਡਮੈਂਟ ਕੀਤੀ ਸੀਗੀ ਗੁਰਬਾਣੀ ਦੀ ਬ੍ਰੌਡਕਾਸਟ ਵਾਸਤੇ ਦਰਬਾਰ ਸਾਹਿਬ ਤੋਂ, ਉਹ ਗਲਤ ਹੈ। ਉਹਨੂੰ ਕਰਨ ਦੀ ਕੋਈ ਲੋੜ ਨਹੀਂ ਸੀਗੀ। ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲੇ ਦਖਲ ਨਹੀਂ ਦੇਣਾ ਚਾਹੀਦਾ, ਭਾਵੇਂ ਕਿ ਇਹ ਪੰਜਾਬ ਸਰਕਾਰ ਦਾ ਹੀ ਓਰੀਜਨਲੀ ਐਕਟ ਹੈਗਾ। ਉਹ ਗੱਲ ਵੱਖਰੀ ਹੈ। ਉਹਦੀ ਐਕਟ ਦੀ ਜਿਹੜੀ ਕੰਟੈਕਸਟ ਹੈ ਉਹ ਬਿਲਕੁਲ ਡਿਫਰੈਂਟ ਹੈ। ਉਹ ਸਰਕਾਰ ਦੇ ਇੰਟਰਫੇਅਰ ਵਾਸਤੇ ਨਹੀਂ ਸੀ। ਉਹ ਐਕਟ ਇਸ ਕਰਕੇ ਬਣਾਇਆ ਗਿਆ ਸੀਗਾ ਤਾਂ ਕਿ ਜਿਹੜੀ ਉਸ ਵੇਲੇ ਸ਼੍ਰੋਮਣੀ ਕਮੇਟੀ ਬਣ ਚੁੱਕੀ ਸੀ ਪ੍ਰਾਈਵੇਟ, ਉਹਨਾਂ ਨੂੰ ਗੁਰਦੁਆਰਿਆਂ ਦੇ ਗੁਰਦੁਆਰੇ ਟ੍ਰਾਂਸਫਰ ਕੀਤੇ ਜਾ ਸਕਣ। ਉਹਦੀ ਬੈਕਗਰਾਊਂਡ ਡਿਫਰੈਂਟ ਹੈਗੀ ਬਿਲਕੁਲ। ਸੋ ਇਹ ਜਿਹੜੀ ਇਹਨਾਂ ਨੇ ਅਮੈਂਡਮੈਂਟ ਕੀਤੀ, ਮੈਂ ਸ਼ੁਰੂ 'ਚ ਕਲੀਅਰ ਕਰਕੇ ਚੱਲਦਾ, ਉਹ ਗਲਤ ਸੀ, ਨਹੀਂ ਸੀ ਕਰਨੀ ਚਾਹੀਦੀ। ਔਰ ਸਿੱਖ ਪੰਥ ਦੀ ਮਰਜ਼ੀ ਤੋਂ ਬਿਨਾਂ ਉਹ ਸਪਿਰਿਟ ਹੈ ਸਾਰੀ ਗੱਲ ਦੀ ਕਿ ਨਹੀਂ ਕਰਨੀ ਚਾਹੀਦੀ। ਦੂਜੀ ਗੱਲ, ਅੱਜ ਜਿਹੜਾ ਐਕਸ਼ਨ ਸਰਦਾਰ ਧਿਆਨ ਸਿੰਘ ਮੰਡ ਨੇ ਕੀਤਾ, ਮੈਂ ਜਥੇਦਾਰ ਨਹੀਂ ਕਹਿੰਦਾ ਜੀ ਉਹਨਾਂ ਨੂੰ। ਸਿੱਖ ਪੰਥ ਦੀ ਬੜੀ ਸਮੱਸਿਆ ਹੈ ਕਿ ਲਗਾਤਾਰ ਜਿਹੜੀਆਂ ਸਿੱਖ ਜਥੇਬੰਦੀਆਂ ਉਹ ਨਿਗਾਰ ਦੇਖ ਰਹੀਆਂ ਆਪਣੇ ਆਪ ਦੇ ਵਿੱਚ। ਉਹਦੇ ਵਿੱਚ ਇਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੀ ਜ਼ਿੰਮੇਦਾਰ ਨਹੀਂ, ਇਹ ਜਿਹੜੇ ਬਾਕੀ ਸੋ ਕਾਲਡ ਪੰਥਕ ਲੀਡਰ ਹੈਗੇ ਨੇ ਇਹ ਵੀ ਉਹਨੇ ਹੀ ਬਰਾਬਰ ਦੇ ਜ਼ਿੰਮੇਦਾਰ ਹੈ। ਇਸੇ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਜ਼ੋਰ ਲਾ ਕੇ ਵੀ ਬਦਲ ਨਹੀਂ ਸਕੇ। ਹੁਣ ਜਿਹੜੀ ਅੱਜ ਦੀ ਸਮੱਸਿਆ ਜਿਹੜੀ ਇਹਨਾਂ ਨੇ ਕੀਤਾ ਹੈ, ਭਗਵੰਤ ਮਾਨ ਹੋਰਾਂ ਨੂੰ, ਇਹਨਾਂ ਨੇ ਭਗਵੰਤ ਸਿੰਘ ਮਾਨ ਲਫ਼ਜ਼ ਵਰਤਿਆ ਸੀਗਾ ਨਾਂ ਉਹਨਾਂ ਦਾ। ਉਹ ਸਿੰਘ ਤਾਂ ਆਪਣੇ ਆਪ ਨੂੰ ਲਿਖਦੇ ਹੀ ਨਹੀਂ। ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ। ਤਨਖਾਹੀਆ ਕਰਾਰ ਦਾ ਦੇਣ ਦਾ ਮਤਲਬ ਹੁੰਦਾ ਕਿ ਧਾਰਮਿਕ ਸਜ਼ਾ ਲਾਉਣੀ, ਕਿਸੇ ਅਵਗਿਆ ਕਰਕੇ, ਧਾਰਮਿਕ ਅਵਗਿਆ ਕਰਕੇ ਸਜ਼ਾ ਜਿਹੜੀ ਲੱਗਦੀ ਹੈ ਉਹਨੂੰ ਤਨਖਾਹ ਕਿਹਾ ਜਾਂਦਾ। ਇਤਿਹਾਸ ਇੱਕ ਗੱਲ ਦਾ ਗਵਾਹ ਹੈ ਕਿ ਕਈ ਵਾਰੀ ਐਕਸ਼ਨ ਜਿਹੜੇ ਛੋਟੇ ਜਿਹੇ ਹੁੰਦੇ ਹੈ ਉਸ ਵੇਲੇ ਲੱਗਦਾ ਨਹੀਂ ਹੁੰਦਾ ਕਿ ਇੰਪੋਰਟੈਂਟ ਹੈ। ਕਈ ਸਾਲਾਂ ਬਾਅਦ ਉਹ ਕਿਤੇ ਨਵੇਂ ਰੂਪ ਦੇ ਵਿੱਚ ਸਿੱਖ ਡੋਮੇਨ 'ਚ ਆ ਕੇ ਅਫੈਕਟ ਕਰਦੇ ਆ ਸਿਆਸਤ ਨੂੰ। ਇਹ ਪਹਿਲਾਂ ਵੀ ਹੋ ਚੁੱਕਿਆ ਹੈ। ਇੱਕ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਤਰ੍ਹਾਂ ਹੀ ਤਨਖਾਹੀਆ ਕਰਾ ਦਿੱਤਾ ਗਿਆ ਸੀ। ਖਬਰ ਛੋਟੀ ਜਿਹੀ ਛਪੀ ਸੀਗੀ, ਲੇਕਿਨ ਬਾਅਦ ਦੇ ਵਿੱਚ ਉਹਨਾਂ ਨੇ ਉਸ ਛੋਟੀ ਜਿਹੀ ਖਬਰ ਨੇ ਕਈ ਫੈਸਲੇ ਇਫੈਕਟ ਕੀਤੇ ਸੀਗੇ। ਉਹ ਲੋਕ ਭੁੱਲ ਵੀ ਗਏ ਸੀਗੇ ਆਮ ਕਿ ਕੋਈ ਐਸੀ ਘਟਨਾ ਵੀ ਹੋਈ ਸੀਗੀ। ਸੋ ਅੱਜ ਬੇਸਿਕ ਗੱਲ ਇਹ ਕਿ ਧਿਆਨ ਸਿੰਘ ਮੰਡ ਦੀ ਕੀ ਲੋਕੋ ਸਟੈਂਡ ਆਈ ਹੈ, ਉਹਨਾਂ ਦੇ ਕੀ
ਪਾਵਰ ਹੈ ਇਹ ਐਕਸ਼ਨ ਲੈਣ ਦੀ। ਮੈਂ ਯਾਦ ਕਰਾ ਦਿਆਂ ਕਿ ਧਿਆਨ ਸਿੰਘ ਮਾਡਰ ਨੂੰ ਜਥੇਦਾਰ ਅਕਾਲ ਤਖਤ, ਮੁਤਵਾਜ਼ੀ ਜਥੇਦਾਰ ਅਕਾਲ ਤਖਤ ਬਣਾਇਆ ਗਿਆ ਸੀ ਜਦੋਂ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਦੀ ਪੁਲਿਸ ਫਾਇਰਿੰਗ ਤੋਂ ਬਾਅਦ ਸਿੱਖਾਂ 'ਚ ਇੱਕ ਬਹੁਤ ਵੱਡਾ ਗੁੱਸਾ ਉੱਠਿਆ ਸੀ, ਰੋਸ ਉੱਠਿਆ ਸੀਗਾ ਤੇ ਚੱਬੇ ਇੱਕ ਕਾਨਫਰੰਸ ਬੁਲਾਈ ਗਈ ਸੀ। ਬਹੁਤ ਵੱਡਾ ਸਿੱਖਾਂ ਦਾ ਉਦੋਂ ਇਕੱਠ ਹੋਇਆ ਸੀਗਾ ਤੇ ਉਹਦੇ ਵਿੱਚ ਸਡਨਲੀ ਇੱਕ ਅਨਾਉਂਸਮੈਂਟ ਆ ਗਈ ਕਿ ਇਹ 5 ਜਥੇਦਾਰ ਅਨਾਉਂਸ ਕਰਨ ਦੀ, ਅਪਾਇੰਟ ਕਰਨ ਦੀ। ਜਗਤਾਰ ਸਿੰਘ ਹਵਾਰਾ ਜਥੇਦਾਰ ਅਕਾਲ ਤਖਤ ਤੇ ਕਿਉਂਕਿ ਉਹ ਜੇਲ੍ਹ ਦੇ ਵਿੱਚ ਹੈਗੇ ਆ, ਉਹਨਾਂ ਦੀ ਥਾਂ ਤੇ ਧਿਆਨ ਸਿੰਘ ਮਾਂਡਰ ਨੂੰ ਜਥੇਦਾਰ, ਐਕਟਿੰਗ ਜਥੇਦਾਰ ਅਨਾਉਂਸ ਕੀਤਾ ਗਿਆ। 4 ਜਥੇਦਾਰ ਹੋਰ ਬਣਾਏ ਗਏ, ਬਾਕੀ ਤਾਂ ਘਰ ਬੈਠੇ ਆ ਇਸ ਵੇਲੇ ਸਾਰੇ। ਸੋ ਇੱਕ ਤਾਂ ਤਰੀਕਾ ਹੀ ਗਲਤ ਹੈ। ਉਹ ਲਿਸਟ ਆਈ ਕਿੱਥੋਂ ਸੀਗੀ ਤੇ ਬਾਅਦ ਚ ਪਤਾ ਲੱਗਿਆ ਜਦੋਂ ਕਹਿੰਦੇ ਜੀ ਜਿਹੜੇ ਆਰਗੇਨਾਈਜ਼ਰ ਸੀ ਉਹਨਾਂ ਨੇ ਉਹਦੇ ਖੁਦ ਹੀ ਸ਼ੇਅਰ ਕਰਦੇ। ਹੁਣ ਕਿਸੇ ਨੂੰ ਵੀ ਪੁੱਛ ਲਓ ਜਿਹੜੇ ਜਿਨ੍ਹਾਂ ਨੇ ਅਨਾਉਂਸਮੈਂਟ ਕੀਤੀ ਸੀਗੀ ਜਾਂ ਜਿਨ੍ਹਾਂ ਨੇ ਚੱਬੇ ਵਾਲੀ ਗੈਦਰਿੰਗ ਆਰਗੇਨਾਈਜ਼ ਕੀਤੀ ਸੀ, ਭਾਈ ਗੁਰਦੀਪ ਸਿੰਘ ਬਠਿੰਡਾ ਹੋਰਾਂ ਨੂੰ ਪੁੱਛ ਲਓ, ਭਾਈ ਮੋਹਕਮ ਸਿੰਘ ਹੋਰਾਂ ਨੂੰ ਪੁੱਛ ਲਓ, ਇਹ ਆਰਗੇਨਾਈਜ਼ਰ ਸੀਗੇ। ਉਹ ਕਹਿੰਦੇ ਜੀ ਲਿਸਟ ਇਹ ਨਾਂ ਲੈਂਦੇ ਵੀ ਕਿਹੜਾ ਸੱਜਣ ਲੈ ਕੇ ਆਏ ਸੀ। ਉਹ ਸੱਜਣ ਜਿਹੜਾ ਲੈ ਕੇ ਆਇਆ ਸੀ, ਅੱਜ ਕੱਲ੍ਹ ਦਿੱਲੀ ਦੇ ਵਿੱਚ ਜਿਹੜੇ ਸਿੱਖ ਅਕਾਲੀ ਬੀਜੇਪੀ ਨਾਲ ਘੁੰਮਦੇ ਫਿਰਦੇ ਆ ਉਹਨਾਂ ਦੇ ਨੇੜੇ ਆ ਜੀ। ਤੇ ਉਹ ਕਹਿੰਦੇ ਜੀ ਇਹ ਲਿਸਟ ਬਾਹਰੋਂ ਆਈ ਸੀ। ਕੀ ਇਹ ਸਿੱਖ ਸਿਆਸਤ ਇਸ ਤਰ੍ਹਾਂ ਬਾਹਰੋਂ ਆਪਰੇਟ ਹੁੰਦੀ ਹੈ ਲਗਾਤਾਰ ਹੀ? ਉਹ ਲਿਸਟ ਬਾਹਰੋਂ ਆਈ ਸੀਗੀ ਜਦੋਂ ਅਨਾਉਂਸਮੈਂਟ ਹੋਈ। ਉਹ ਗੈਦਰਿੰਗ ਸੀਗੀ ਕਿ ਜਿਹੜਾ ਉਸ ਵੇਲੇ ਸੰਘਰਸ਼ ਚੱਲ ਰਿਹਾ ਸੀਗਾ ਬੇਅਦਬੀਆਂ ਦੇ ਮਾਮਲੇ ਤੇ, ਇਹਨੂੰ ਨਵੀਂ ਸ਼ੇਪ ਦੇਣੀ ਤੇ ਉਸ ਮਾਮਲੇ ਤੇ ਸੀ ਕੋਈ ਜਥੇਬੰਦੀ ਬਣਾ ਕੇ ਸੰਘਰਸ਼ ਨੂੰ ਅੱਗੇ ਤੋਰਨਾ। ਜਦੋਂ ਇਹ ਨਵੇਂ ਜਥੇਦਾਰ ਅਪਾਇੰਟ ਕਰਨ ਦੀ ਅਨਾਉਂਸਮੈਂਟ ਹੋਈ ਤੇ ਗੈਦਰਿੰਗ ਨਾਲ ਹੀ ਖਿੰਡ-ਪੁੜ ਗਈ ਸੀ। ਹਾਂ, ਉਸ ਤੋਂ ਬਾਅਦ ਇਹਨਾਂ ਨੇ 1 ਜੂਨ 2018 ਤੋਂ ਬਰਗਾੜੀ ਵਿਖੇ ਇੱਕ ਮੋਰਚਾ ਜ਼ਰੂਰ ਲਾਇਆ, ਲੇਕਿਨ ਉਹਦੇ ਕੋਈ ਅਲਟੀਮੇਟਲੀ ਐਂਡ ਰਿਜ਼ਲਟ ਨਹੀਂ ਨਿਕਲੇ। ਉਹ ਸਾਰਾ ਮਸਲਾ ਹੁਣ ਤੱਕ ਵਿੱਚ ਹੀ ਹੈ ਤੇ ਹੌਲੀ ਹੌਲੀ ਆ ਜਥੇਦਾਰ ਦਾਦੂਵਾਲ ਵੀ ਸੀ ਉਹਦਾ ਪਾਰਟ, ਇਹ ਸਾਰੇ ਖਿੰਡ ਪੁਣ ਗਏ, ਕੋਈ ਬਾਕੀ ਘਰ ਬਹਿ ਗਏ। ਸੋ ਇਹ ਤਾਂ ਧਿਆਨ ਸਿੰਘ ਮੰਡ ਦੀ ਆਪਣੀ ਬੈਕਗਰਾਊਂਡ ਹੈ। ਹੁਣ ਉਹ ਆਪਣੇ ਆਪ ਨੂੰ ਘੁੰਮਦੇ ਜਥੇਦਾਰ ਅਕਾਲ ਤਖਤ ਤੇ ਤਾਂ ਜਾ ਹੀ ਨਹੀਂ ਸਕਦੇ। ਹੁਣ 4 ਬੰਦੇ 5 ਬੰਦੇ ਇਕੱਠੇ ਹੋ ਕੇ ਕਹਿਣ ਵੀ ਅਸੀਂ 5 ਪਿਆਰੇ ਇਕੱਠੇ ਹੋ ਕੇ ਕੋਈ ਐਕਸ਼ਨ ਕਰਤਾ ਤੇ ਇੱਕ ਮਜ਼ਾਕ ਜਿਹਾ ਬਣਾ ਕੇ ਰੱਖ ਦਿੱਤਾ ਹੈ ਸਿੱਖ ਸੰਸਥਾਵਾਂ ਦੇ ਇਹਨਾਂ ਨੇ। ਸੋ ਬੇਸਿਕਲੀ ਜੋ ਕੁਛ ਇਹਨਾਂ ਨੇ ਐਕਸ਼ਨ ਕੀਤਾ ਹੈ, ਇੱਕ ਤਾਂ ਉਹ ਗਲਤ ਹੈ। ਦੂਜੀ ਗੱਲ, ਇਹ ਮਹੀਨਾ ਪਹਿਲਾਂ ਇਹਨਾਂ ਨੇ ਕਿਹਾ ਸੀਗਾ, ਅਨਾਉਂਸਮੈਂਟ ਕੀਤੀ ਸੀ ਕਿ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਲੈਟਰ ਪ੍ਰਾਪਤ ਹੋਈ ਹੈ ਤੇ ਉਹਦੇ ਵਿੱਚ ਕੀ ਲਿਖਿਆ ਉਦੋਂ ਇਹ ਨਹੀਂ ਸੀ ਦੱਸਿਆ। ਕਹਿੰਦੇ ਵੀ ਮੈਂ ਇਹ ਇਸ਼ੂ ਟੇਕ ਅਪ ਕੀਤਾ ਸੀ ਇਹਨਾਂ ਨੇ ਕਿ ਜਿਹੜੀ ਇਹਨਾਂ ਨੇ ਅਮੈਂਡਮੈਂਟ ਕੀਤੀ ਹੈ ਗੁਰਦੁਆਰਾ ਐਕਟ ਦੇ ਵਿੱਚ, ਉਹ ਗਲਤ ਹੈ, ਨਹੀਂ ਕਰ ਸਕਦੇ। ਠੀਕ ਹੈ, ਆਪਾਂ ਤਾਂ ਪਹਿਲਾਂ ਲੈ ਕੇ ਚੱਲੇ ਆ ਵੀ ਇੰਨੀ ਸੀ ਹੋਣੀ ਚਾਹੀਦੀ, ਇਹ ਗਲਤ ਹੋਈ ਗਈ ਹੈ। ਇਹਨਾਂ ਨੇ ਕਿਹਾ ਵੀ ਇਹ ਮਰਿਆਦਾ ਦੀ ਉਲੰਘਣਾ ਸੀ। ਇਹ ਨਾ ਤਾਂ ਇਹਨਾਂ ਨੂੰ ਮੈਨੂੰ ਲੱਗਦਾ ਵੀ ਐਕਟ ਦਾ ਪਤਾ ਹੈ ਤੇ ਨਾ ਮਰਿਆਦਾ ਦਾ ਪਤਾ ਹੈ। ਇਸ ਐਕਟ ਦਾ ਸਿੱਖ ਮਰਿਆਦਾ ਨਾਲ ਕੋਈ ਲੈਣ ਦੇਣ ਨਹੀਂ ਹੈ। ਔਰ ਵੈਸੇ ਵੀ ਜਿਹੜੀ ਮਰਿਆਦਾ ਹੈ SGPC ਨੇ ਫਾਈਨਲਾਈਜ਼ ਕੀਤੀ ਹੈ, ਉਹ 1933 ਦੇ ਵਿੱਚ ਕੀਤੀ, ਐਕਟ ਤਾਂ 1925 ਚ ਬਣਿਆ ਸੀਗਾ। ਮਰਿਆਦਾ ਨਾਲ ਇਹਦਾ ਕੋਈ ਲੈਣ ਦੇਣ ਨਹੀਂਗਾ। ਸੋ ਇਹ ਸਾਰੀਆਂ ਗੱਲਾਂ ਪਹਿਲਾਂ ਤੇ ਆਪ ਹੀ ਕਲੀਅਰ ਨਹੀਂ ਗਏ ਵੀ ਕਰ ਕੀ ਰਹੇ ਹੈ ਤੇ ਕਿਸ ਇਸ਼ੂ ਨੂੰ ਕਿਸ ਪਰਸਪੈਕਟਿਵ ਦੇ ਵਿੱਚ ਇਹ ਪੇਸ਼ ਕਰਨਾ ਹੈ। ਸੋ ਇਹਨਾਂ ਨੇ ਇਸ ਤਰੀਕੇ ਦੇ ਨਾਲ ਗੱਲ ਕੀਤੀ ਹੈ, ਮੇਰੇ ਖਿਆਲ 'ਚ ਗਲਤ ਹੈ। ਤੇ ਇਹਦਾ ਨੋਟਿਸ ਜਥੇਦਾਰ ਰਘਵੀਰ ਸਿੰਘ ਜਿਹੜੇ ਜਥੇਦਾਰ ਅਕਾਲ ਤਖਤ ਹੈਗੇ ਹੈ, ਫੰਕਸ਼ਨਲ ਹੈਗੇ ਹੈ, ਉਹਨਾਂ ਨੂੰ ਲੈਣਾ ਚਾਹੀਦਾ ਵੀ ਕੀ ਹੋ ਰਿਹਾ ਇਸ ਢੰਗ ਦੇ ਨਾਲ। ਇਹਦੇ ਤੇ ਨਾ ਤਾਂ SGPC ਨੂੰ ਚੁੱਪ ਕਰਨਾ ਚਾਹੀਦਾ ਤੇ ਨਾ ਹੀ ਜਥੇਦਾਰ ਅਕਾਲ ਤਖਤ ਨੂੰ ਚੁੱਪ ਰਹਿਣਾ ਚਾਹੀਦਾ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਚੁੱਪ ਰਹਿਣਾ ਚਾਹੀਦਾ। ਕਈ ਵਾਰੀ ਇਹ ਇਸ਼ੂ ਬਹੁਤ ਵੱਡੇ ਰੂਪ ਬਾਅਦ ਦੇ ਵਿੱਚ ਪੇਸ਼ ਹੁੰਦੇ ਆ। ਜੀ ਸਰਦਾਰ ਹਮੀਦ ਸਿੰਘ ਜੀ, ਦੂਜਾ ਮਾਮਲਾ ਵੀ ਇਹਦੇ ਵਿੱਚ ਜਿਹੜਾ ਜੇ ਦੂਜੇ ਐਂਗਲ ਤੋਂ ਦੇਖਿਆ ਜਾਵੇ ਤਾਂ ਉਹ ਇਹ ਹੈ ਕਿ ਜੇਕਰ ਕੋਈ ਫੈਸਲਾ ਹੋਇਆ ਤਾਂ ਉਹ ਸਭ ਤੋਂ ਪਹਿਲਾਂ ਕੈਬਨਿਟ 'ਚ ਆਇਆ। ਸਿੱਖ ਗੁਰਦੁਆਰਾ ਐਕਟ 1925 ਨੂੰ ਵਿਸਥਾਰ ਦਿੱਤਾ ਗਿਆ, ਇੱਕ ਵਿੱਚ ਮੱਦ ਹੋਰ ਜੋੜੀ ਗਈ। ਪਹਿਲਾਂ ਉਹਨੇ ਕੈਬਨਿਟ ਨੇ ਇਹਨੂੰ ਵਿਧਾਨ ਸਭਾ ਵੱਲ ਵਧਾਇਆ ਤੇ ਫਿਰ ਵਿਧਾਨ ਸਭਾ ਦੇ ਸਪੀਕਰ ਦੀ ਅਗਵਾਈ ਦੇ ਵਿੱਚ ਉਹਦੇ ਉੱਤੇ ਜੇ ਬਹਿਸ ਹੋਈ ਜਾਂ ਬਹਿਸ ਤੋਂ ਬਿਨਾਂ ਪਾਸ ਹੋਇਆ ਤਾਂ ਉਹ ਪੂਰੇ ਦੇ ਪੂਰੇ ਸਦਨ ਵਿੱਚੋਂ ਹੋਇਆ। ਔਰ ਉਹ ਸਦਨ ਜਦੋਂ ਇਹਨੂੰ ਅਗਲੀ ਕਾਰਵਾਈ ਲਈ ਵਧਾਉਂਦਾ ਹੈ, ਅੱਗੇ ਸਰਕਾਰ ਵੱਲੋਂ ਇਹਨੂੰ ਭੇਜਿਆ ਜਾਂਦਾ ਹੈ ਗਵਰਨਰ ਕੋਲੇ, ਤਾਂ ਅਜੇ ਤੱਕ ਇਹ ਕਾਨੂੰਨ ਦੀ ਸ਼ਕਲ ਦੇ ਵਿੱਚ ਨਹੀਂ ਆਇਆ। ਸੋ ਜਦੋਂ ਧਿਆਨ ਸਿੰਘ ਮੰਡ, ਮੰਨ ਲਓ ਪਹਿਲੀ ਗੱਲ ਤਾਂ ਕੀ ਉਹ ਅਖਤਿਆਰਤ ਹੈਗੇ ਆ
ਅਧਿਕਾਰਤ ਹੈਗੇ ਆ ਕਿ ਉਹ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕਣ। ਦੂਜੀ ਗੱਲ ਕਿ ਜੇ ਉਹ ਹੈਗੇ ਵੀ ਆ ਤੇ ਇਕੱਲੇ ਮੁੱਖ ਮੰਤਰੀ ਹੀ ਇਹਦੇ 'ਚ ਜ਼ਿੰਮੇਵਾਰ ਨੇ ਜਾਂ ਪੂਰਾ ਸਦਨ, ਪੂਰਾ ਸਪੀਕਰ ਸਾਹਿਬ ਔਰ ਸਾਰੀ ਦੀ ਸਾਰੀ ਕੈਬਨਿਟ ਕੀ ਉਹ ਵੀ ਜ਼ਿੰਮੇਵਾਰ ਆ? ਇਹ ਸਵਾਲ ਸਿੱਖ ਰੋਹ ਰੀਤਾਂ ਦੇ ਵੀ ਆ ਵੀ ਜੇ ਮੰਨ ਲਓ ਅਜੇ ਤਾਂ ਇਹ ਮਤਵਾਜੀ ਜਥੇਦਾਰ ਨੇ ਕੀਤਾ, ਜੇ ਮੰਨ ਲਓ ਇਹੀ ਐਕਸ਼ਨ ਅਕਾਲ ਤਖਤ ਸਾਹਿਬ ਦੇ ਮੇਨ ਜਥੇਦਾਰ ਵੱਲੋਂ ਲਿਆ ਜਾਂਦਾ, ਫਿਰ ਵੀ ਕੀ ਉਹ ਸਿਰਫ ਇੱਕ ਮੁੱਖ ਮੰਤਰੀ ਨੂੰ ਹੀ ਸੰਕੇਤ ਵਜੋਂ ਅੱਗੇ ਵਧਾਉਂਦੇ? ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿਵੇਂ ਤੁਸੀਂ ਸਮਝਿਆ ਸਾਡੇ ਨਾਲ ਸਾਂਝ ਪਵਾ ਦਿਓ। ਨਹੀਂ, ਅਸਲ 'ਚ ਜਿਹੜੇ ਵੱਖਰੇ ਵੱਖਰੇ ਮਾਮਲੇ ਨੇ, ਇੱਕ ਪ੍ਰਬੰਧਕੀ ਮਾਮਲਾ ਜਿਵੇਂ ਐਸਜੀਪੀਸੀ ਦੇ ਪ੍ਰਬੰਧਕੀ ਮਾਮਲੇ ਨੇ ਬਹੁਤ ਸਾਰੇ ਕਿ ਉਹ ਐਸਜੀਪੀਸੀ ਕਿਵੇਂ ਕੰਟਰੋਲ ਕਰਦੀ ਹੈ, ਕਿਹਨੂੰ ਕਿਵੇਂ ਚਲਾਉਣਾ ਹੈ, ਉਸ ਐਕਟ ਦੇ ਵਿੱਚ ਕੀ ਤਬਦੀਲੀ ਕਰਨੀ ਹੈ, ਕੀ ਨਹੀਂ ਕਰਨੀ ਹੈ। ਉਹ ਨਾਰਮਲੀ ਇੱਕ ਤਾਂ ਉਹ ਸੀਗਾ ਕਿ ਐਸਜੀਪੀਸੀ ਦੀ ਰਾਏ ਤੋਂ ਬਿਨਾਂ ਪਾਰਲੀਮੈਂਟ ਵੀ ਜਾਂ ਕੋਈ ਸਟੇਟ ਗਵਰਨਮੈਂਟ ਵੀ ਕਰਨਾ ਚਾਹੇ ਉਹ ਨਹੀਂ ਹੈ ਵਾਜਬ, ਨਾ ਪਰੰਪਰਾਗਤ ਤੌਰ ਤੇ ਹੈ ਤੇ ਨਾ ਲੀਗਲ ਤੌਰ ਤੇ ਹੈ ਮੰਨਿਆ ਜਾਂਦਾ ਕਿ ਉਹ ਜ਼ਿਆਦਾ ਠੀਕ ਹੈ। ਪਰ ਹਰ ਮਾਮਲਾ ਜਥੇਦਾਰ ਅਕਾਲ ਤਖਤ ਕੋਲ ਨਹੀਂ ਵਗ ਜਾਂਦਾ। ਉਹਨੇ ਪਰਸਨਲ ਰੂਪ ਦੇ ਵਿੱਚ ਜਾਂ ਕਿਸੇ ਨੇ ਸੰਸਥਾਗਤ ਦੇ ਰੂਪ ਦੇ ਵਿੱਚ ਇਹੋ ਜਿਹੀ ਕਿਹੜੀ ਗੱਲ ਕੀਤੀ ਹੈ ਜਿਹੜੀ ਸਿੱਖੀ ਦੀ ਓਵਰਆਲ ਜਿਹੜੀਆਂ ਪਰਿਭਾਸ਼ਾਵਾਂ ਨੇ ਜਾਂ ਸਿੱਖੀ ਦੀ ਜਿਹੜੀ ਓਵਰਆਲ ਟ੍ਰੈਡੀਸ਼ਨ ਉਹਦੇ ਖਿਲਾਫ ਹੋਵੇ। ਪਹਿਲੀ ਗੱਲ ਤਾਂ ਇਹ ਸਾਰੇ ਮਾਮਲੇ, ਹਾਂ ਇਹ ਤਾਂ ਹੋ ਜਾਂਦਾ ਹਜੇ ਜੇਕਰ ਗਰੁੱਪ ਵੀ ਹੋਵੇ ਕੋਈ ਉਹਦਾ ਮੁਖੀ ਹੀ ਮੇਨ ਮੰਨਿਆ ਜਾਂਦਾ, ਉਹ ਇੱਕ ਅਲੱਗ ਪਹਿਲੂ ਹੈ। ਪਰ ਜੇ ਉਹੋ ਜਿਹੀਆਂ ਚੀਜ਼ਾਂ ਕੀਤੀਆਂ ਜਾਣ ਜਾਂ ਹੋਣ, ਸਾਡੇ ਤਾਂ ਬਹੁਤ ਮਾਮਲੇ ਜਾਣ ਲੱਗੇ ਅਕਾਲ ਤਖਤ ਤੇ ਐਵੇਂ ਹੀ ਵਾਧੂ। ਰੇਪ ਕੇਸ ਵੀ ਅਸੀਂ ਚੱਕ ਕੇ ਉੱਥੇ ਲੈ ਜਾਂਦੇ ਹਾਂ, ਬਾਕੀ ਚੀਜ਼ਾਂ ਵੀ ਚੱਕ ਕੇ ਉੱਥੇ ਲੈ ਜਾਂਦੇ ਹਾਂ। ਉਹਨਾਂ ਨੇ ਇਹ ਫੈਸਲੇ ਅਦਾਲਤਾਂ 'ਚ ਹੋਣੇ ਚਾਹੀਦੇ ਨੇ ਨਾਰਮਲੀ, ਜਿਹੜਾ ਕ੍ਰਾਈਮ ਹੈ ਜਿਸ ਲੈਵਲ ਦਾ, ਔਰ ਉਹ ਕ੍ਰਾਈਮ ਉੱਥੇ ਹੋਵੇ। ਇਹ ਠੀਕ ਹੈ ਕਿ ਬਾਕੀ ਜਿਹੜੇ ਬੱਜਰ ਗੁਨਾਹ ਜਿਹੜੇ ਗਿਣੇ ਜਾਂਦੇ ਨੇ ਤਾਂ ਆਟੋਮੈਟਿਕਲੀ ਉਹਦੇ ਚੋਂ ਬਾਹਰ ਹੋ ਜਾਂਦਾ ਬੰਦਾ ਕਿ ਉਹ ਬੱਜਰ ਕੁਰੈਤਾ ਨੇ, ਜੇ ਉਹ ਸਾਬਤ ਹੋ ਜਾਂਦੀਆਂ ਨੇ ਅਦਾਲਤਾਂ 'ਚ ਵੀ ਹੋ ਜਾਂਦੀਆਂ ਨੇ ਤੇ ਬਾਕੀ ਜਗ੍ਹਾ ਵੀ ਹੋ ਜਾਂਦੀਆਂ ਨੇ। ਪਰ ਜਿਹੜਾ ਇਹ ਸਵਾਲ ਹੈ ਵੀ ਜਥੇਦਾਰੀਆਂ ਡਬਲ ਜਾਂ ਬਾਕੀ, ਅਜੇ ਤੱਕ ਕਲੈਰਿਟੀ ਇਸੇ ਗੱਲ ਦੀ ਹੈ ਕਿ ਜਿਹੜੇ ਵੀ ਜਥੇਦਾਰ ਜੋ ਵੀ ਜਿਹੋ ਜਿਹਾ ਢਾਂਚਾ ਸਾਡੇ ਹੈ ਉਹ ਠੀਕ ਹੈ, ਗਲਤ ਹੈ, ਨਵੇਂ ਰੂਲ ਬਣਨੇ ਚਾਹੀਦੇ ਨੇ। ਇਹ ਇੱਕ ਡਿਬੇਟ ਚੱਲ ਰਹੀ ਹੈ ਲਗਾਤਾਰ ਆਪਣੇ ਆਪ। ਅਜੇ ਉਹੀ ਜਥੇਦਾਰ ਮੰਨੇ ਜਾਂਦੇ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਪਾਇੰਟੀ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਾਂ ਉਹ ਬਣਾਉਂਦੇ ਨੇ ਉਹਨਾਂ ਨੂੰ ਜੋ ਵੀ ਐਲਾਨ ਕਰਦੇ ਨੇ। ਹਾਂ, ਇਸੇ ਕਰਕੇ ਰੌਲਾ ਇਹ ਹੁੰਦਾ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਤੇ ਤਾਂ ਕਬਜ਼ਾ ਕਰੋ, ਉਸ ਤੋਂ ਬਾਅਦ ਦੇਖਾਂਗੇ ਬਾਕੀ ਢਾਂਚਾ ਕੀ ਤਬਦੀਲ ਕਰਨਾ। ਕੋਈ ਬਾਹਰੋਂ ਆਪਣੇ ਢੰਗ ਨਾਲ ਕਿ ਅਸੀਂ ਉਹਨਾਂ ਨੂੰ ਨਹੀਂ ਮੰਨਦੇ, ਨਾ ਮੰਨਣਾ, ਪਰ ਨਾਲ ਦੀ ਨਾਲ ਇੱਕ ਪੈਰਲਲ ਖੜੇ ਕਰ ਦਿਓ। ਤੇ ਉਹ ਪੈਰਲਲ ਵਾਲੇ ਵੀ ਪੰਜਾਂ ਦੇ ਪੰਜ ਮੂੰਹ ਹੁੰਦੇ ਨੇ, ਆਪਸ ਚ ਕਦੇ ਇਕੱਠੇ ਨਹੀਂ ਬੈਠੇ, ਪੰਜਾਂ ਦੀ ਵੀ ਕਦੇ ਮੀਟਿੰਗ ਨਹੀਂ ਹੁੰਦੀ। ਔਰ ਦੋ ਤਾਂ ਪੈਸੇ ਪਿੱਛੇ ਲੜਾਈ ਲੜੀ ਇਮਤਿਹਾਨ ਸਿੰਘ ਮੰਡ ਤੇ ਦਾਦੂਵਾਲ, ਉਹਨਾਂ ਨੇ ਤਾਂ ਉਸ ਮੋਰਚੇ ਚ ਬਰਗਾੜੀ ਮੋਰਚੇ ਤੋਂ ਬਾਅਦ ਕਿ ਕੌਣ ਉੱਠ ਗਿਆ, ਕਿਹਦੇ ਕੋਲ ਕਿੰਨੇ ਗਏ ਹਜੇ ਤੱਕ ਕੋਈ ਪਤਾ ਨਹੀਂ ਹੈ। ਮਤਲਬ ਉਹ ਆਪਸ ਚ ਹੀ ਕਹਿੰਦੇ ਰਹੇ ਵੀ ਤੂੰ ਚੁੱਪ ਕਰ ਨਹੀਂ ਤਾਂ ਮੈਂ ਜ਼ਿਆਦਾ ਕਹੂੰਗਾ, ਤੂੰ ਚੁੱਪ ਕਰ ਨਹੀਂ ਮੈਂ ਉਦੋਂ ਜ਼ਿਆਦਾ ਕਹੂੰਗਾ। ਪਤਾ ਨਹੀਂ ਕੀ ਕਹਿਣਾ ਕੀ ਨਹੀਂ ਉਸ ਨੇ। ਹੁਣ ਅਗਲਾ ਸਵਾਲ ਇਹ ਹੈ ਵੀ ਹਰ ਗੱਲ ਤੇ ਇਹ ਕਿਉਂ ਸੰਮਣ ਕਰਨ ਲੱਗੇ ਬੰਦਿਆਂ ਨੂੰ ਆਪਸ ਦੇ ਉਦਾਰੇ। ਦਾਦੂ ਇਹਨਾਂ ਨੇ ਧਿਆਨ ਸਿੰਘ ਮੰਡ ਨੇ ਕਿਸ ਹੈਸੀਅਤ ਜਾਂ ਕਿਵੇਂ ਸੰਮਣ ਕੀਤਾ, ਅਜੇ ਤੁਹਾਨੂੰ ਉਹ ਮਾਨਤਾ ਹੀ ਨਹੀਂ ਮਿਲ ਰਹੀ। ਕਿਸੇ ਕਮਿਊਨਿਟੀ ਬਣੋ, ਕੌਮ ਬਣੋ, ਕਿਤੇ ਵੀ ਤੁਸੀਂ ਬੈਠੇ ਹੋ, ਕਿੰਨੇ ਲੋਕਾਂ ਨੇ ਮਾਨਤਾ ਦਿੱਤੀ ਹੈ ਤੁਹਾਨੂੰ, ਕਿੱਥੇ ਹੈਗੇ ਹੋ, ਕਿਹੜਾ ਨਾ ਵਿਧੀਵਤ ਰੂਪ ਜੇ ਤੁਸੀਂ ਉਹ ਨਾ ਮਾਸਜ ਦੀ ਤੁਹਾਡੇ ਕੋਲ ਅਥਾਰਟੀ ਹੈ। ਇਕੱਲੇ ਬੰਦੇ ਤੁਸੀਂ ਆਉਨੇ ਹੋ, ਉੱਥੇ ਨੀਚੇ ਖੜਦੇ ਹੋ ਅਕਾਲ ਤਖਤ ਦੇ ਤੇ ਉੱਥੇ ਇੱਕ ਫੈਸਲਾ ਕਰਕੇ ਜੋ ਵੀ ਗੱਲ ਮੋੜ ਜਾਂਦੇ ਹੋ। ਦੂਜੀ ਗੱਲ, ਜਿਹੜੀ ਗੱਲ ਇਹਨਾਂ ਕੋਲ ਲੈਟਰ ਵੀ ਦੇ ਕੇ ਗਏ ਉਸ ਦਿਨ, ਦੋ ਐਮਐਲਏ ਖੜੇ ਦੇਖੇ ਜਦੋਂ ਇਹ ਬੋਲ ਰਹੇ ਸੀ, ਜਦੋਂ ਇਹ ਕਹਿ ਰਹੇ ਸੀ ਚੀਫ ਮਿਨਿਸਟਰ ਦਾ ਲੈਟਰ ਹੈ। ਪਹਿਲੀ ਗੱਲ ਤਾਂ ਇਹਨਾਂ ਨੂੰ ਹੀ ਦੇਖਣਾ ਚਾਹੀਦਾ ਚੀਫ ਮਿਨਿਸਟਰ ਦਾ ਹੈ ਜਾਂ ਨਹੀਂ। ਤੇ ਦੂਜੀ ਗੱਲ, ਉਹ ਐਮਐਲਏ ਕਿਉਂ ਖਾਮੋਸ਼ ਖੜੇ ਸੀ? ਜੇ ਉਹ ਕਹਿੰਦੇ ਸੀ ਉਹ ਸਾਡਾ ਲੈਟਰ ਹੈ ਤਾਂ ਚੀਫ ਮਿਨਿਸਟਰ ਦਾ ਕਿਉਂ ਨਹੀਂ ਦੱਸਿਆ ਲੋਕਾਂ ਨੂੰ? ਉਹ ਐਮਐਲਏ ਕਿਉਂ ਜ਼ਿੰਮੇਵਾਰ ਨਹੀਂ? ਐਡਾ ਵੱਡਾ ਇੱਕ ਐਵੇਂ ਗਲਤਫਹਿਮੀ ਪੈਦਾ ਕਰਨ ਦੇ ਲਈ ਤੁਸੀਂ ਲਿਖ ਕੇ ਜੇ ਲੈ ਕੇ ਗਏ ਹੋ, ਆਪਣੀ ਲੈ ਕੇ ਗਏ ਹੋ, ਆਪਣੀ ਕੋਈ ਰਿਕੁਐਸਟ ਕਿਸੇ ਟਾਈਪ ਦੀ ਕਰਕੇ ਦੇ ਗਏ ਹੋ, ਤਾਂ ਤੁਸੀਂ ਅੱਜ ਤੱਕ ਵੀ ਖਾਮੋਸ਼ੀ ਕਿਉਂ ਅਜੇ ਤੱਕ ਲਗਾਤਾਰ ਚੱਲੀ ਜਾ ਰਹੀ ਸੀ ਉਸ ਮਾਮਲੇ ਦੇ ਵਿੱਚ? ਕੀ ਚੀਫ ਮਿਨਿਸਟਰ ਨੇ ਉਹਨਾਂ ਨੂੰ ਕਿਹਾ ਸੀ? ਜੇ ਨਹੀਂ ਕਿਹਾ ਸੀ ਤਾਂ ਇਸ ਲੈਵਲ ਦੀ ਗਲਤਫਹਿਮੀ ਪੈਦਾ ਕਰਨ ਦੇ ਮਾਮਲੇ 'ਚ ਉਹ ਵੀ ਉਹਨਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ ਘੱਟੋ ਘੱਟ। ਫਿਰ ਤੁਸੀਂ ਕਿਵੇਂ ਗਏ ਕਿ ਕਿਸੇ ਦੇ ਵਿਆਹ ਤੇ ਤੁਸੀਂ ਜਾ ਕੇ ਆਪਣੇ ਆਪ ਕਹਿੰਦੇ ਨੇ ਤੂੰ ਕੌਣ ਮੈਂ ਖਾਮਖਾ, ਬਿਨਾਂ ਮਤਲਬ ਦਾ ਇੱਕ ਰੇੜਕਾ ਜਿਹਦੇ 'ਚ ਖਬਰਾਂ ਚੱਲਦੀਆਂ ਰਹਿਣ, ਬਾਕੀ ਚੱਲਦਾ ਰਹੇ, ਕੋਈ ਮਤਲਬ ਨਹੀਂ ਉਸ ਪੱਧਰ ਦਾ ਜਾ ਕੇ। ਤੀਜੀ ਗੱਲ ਇਹ ਹੈਗੀ ਹੋਇਆ ਕਿ ਜਥੇਦਾਰ ਨਾਰਮਲੀ ਵੀ ਇੱਕ ਸਿੱਖ ਪਰੰਪਰਾ 'ਚ ਕਿਹਾ ਜੇ ਮੌਜੂਦਾ ਜਥੇਦਾਰ ਜਿਹੜੇ ਹੈਗੇ ਵੀ ਨੇ ਗਿਆਨੀ ਰਘਬੀਰ ਸਿੰਘ, ਉਹ ਵੀ ਕਰਨ, ਉਹਦੇ 'ਚ ਵੀ ਪਤਨ ਦਾ ਮਾਮਲਾ ਇੱਕ ਆਉਂਦਾ ਹੀ ਹੈ ਕਿ ਘੱਟੋ ਘੱਟ ਸਿੱਖ ਤੱਕ ਸਵੀਕਾਰ ਕਰੇ ਆਪਦੇ ਆਪ ਨੂੰ। ਉਦੋਂ ਬਾਅਦ ਦਾ ਕੁਐਸਚਨ ਹੈ ਕਿ ਜਾ ਕੇ ਫਿਰ ਉਹ ਉੱਥੇ ਜਾਂਦਾ ਤੇ ਪੇਸ਼ ਹੁੰਦਾ, ਪੇਸ਼ ਨਹੀਂ ਹੁੰਦਾ ਤਾਂ ਉਹਨੂੰ ਉਹ ਕਰਦੇ ਨੇ। ਪੇਸ਼ ਹੋਣ ਲਈ ਤਾਂ ਲੋਕ ਦਰਖਾਸਤਾਂ ਦਿੰਦੇ ਰਹਿੰਦੇ ਨੇ। ਉਦੋਂ ਬਾਅਦ ਬੂਟਾ ਸਿੰਘ ਨਾਲ ਜੋ ਹੋਇਆ, ਸੁਰਜੀਤ ਸਿੰਘ ਬਰਨਾਲਾ ਨਾਲ ਜੋ ਹੋਇਆ, ਸਭ ਦੇ ਸਾਹਮਣੇ ਸੀਗੀਆਂ ਇਹ ਜਿਹੜੀਆਂ ਗੱਲਾਂ ਹੋਈਆਂ। ਉਦੋਂ ਬਾਅਦ ਆ ਕੇ ਪੇਸ਼ ਹੋ ਕੇ ਤਨਖਾਹਾਂ ਲੱਗੀਆਂ।
ਫਿਰ ਐਕਸਕਮਿਊਨੀਕੇਟ, ਫਿਰ ਬਾਕੀ ਦੀਆਂ ਚੀਜ਼ਾਂ ਨੇ। ਇਹ ਗੱਲਾਂ ਮੈਨੂੰ ਲੱਗਦਾ ਇਹ ਬਿਨਾਂ ਮਤਲਬ ਦਾ ਇੱਕ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਕਿਸੇ ਪੈਟਰਨ ਦੇ ਵਿੱਚ, ਉਹਦੇ ਚ ਕੋਈ ਸੀਰੀਅਸ ਦਖਲ ਦੇਣ ਧਿਆਨ ਸਿੰਘ ਮੰਡੋਣੀ ਜਾਂ ਕੋਈ ਵੀ ਹੋਰ ਬਾਹਰ ਜਿਹੜੇ ਵੀ ਬੰਦੇ ਨੇ, ਇਹ ਉਹਨਾਂ ਦਾ ਰਾਈਟ ਹੈ ਕਿ ਉਹ ਕੰਪੇਨ ਚਲਾਉਣ, ਉਹ ਕਹਿਣ ਕਿ ਜਥੇਦਾਰ ਆਪਣੇ ਆਪ ਦੇ ਵਿੱਚ ਨਹੀਂ ਹੈ ਸਟੈਂਡ ਲੈ ਰਹੇ ਤੇ ਇੱਕ ਕੌਮ ਨੂੰ ਕੁਝ ਹੋਰ ਕਰਨਾ ਚਾਹੀਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਫੈਸਲੇ ਹੀ ਤੁਸੀਂ ਲੈਣ ਲੱਗ ਜਾਓ ਉਹਨਾਂ ਚਿਰ ਜਾ ਕੇ ਜਿਨ੍ਹਾਂ ਨੇ ਵੀ ਤੁਸੀਂ ਕੀਤਾ ਜਾਂਦਾ। ਮੈਨੂੰ ਲੱਗਦਾ ਇਹ ਸਗੋਂ ਓਵਰਆਲ ਸਿੱਖ ਕਮਿਊਨਿਟੀ ਦੇ ਵਿੱਚ, ਓਵਰਆਲ ਭਾਈਚਾਰੇ ਦੇ ਵਿੱਚ ਵੀ ਇੱਕ ਨਵੀਂ ਬਿਨਾਂ ਮਤਲਬ ਦੀ ਡਿਬੇਟ ਪੈਦਾ ਹੁੰਦੀ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਉਹ ਭਰੋਸੇ ਨਾਲ ਨਹੀਂ ਸੀ ਦੇ ਪਾ ਰਹੇ, ਉਖੜੇ ਹੋਏ ਸੀਗੇ। ਦੂਜੀ ਗੱਲ ਇਹ ਕਿ ਜਦੋਂ ਪਿਛਲੀ ਵਾਰੀ ਉਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਦਾ ਪੱਤਰ ਆਇਆ, ਇਸ ਕਰਕੇ ਅਸੀਂ ਇਹਨੂੰ ਟਾਲ ਰਹੇ ਹਾਂ ਸੁਣਵਾਈ ਨੂੰ, ਅਸੀਂ ਉਹ ਪੱਤਰ ਦੇ ਉੱਤੇ ਫੈਸਲਾ ਬਾਅਦ ਵਿੱਚ ਲਵਾਂਗੇ, ਤਾਂ ਇੱਕ ਤਰ੍ਹਾਂ ਨਾਲ ਅਸੀਂ ਵੀ ਉਸ ਡਿਬੇਟ ਦੇ ਵਿੱਚ ਉਸ ਦਿਨ ਜਿਹੜਾ ਜ਼ਿਕਰ ਕੀਤਾ ਸੀਗਾ, ਇਹੀ ਕੀਤਾ ਸੀਗਾ ਕਿ ਕੀ ਭਗਵੰਤ ਮਾਨ ਮਤਵਾਜੀ ਜਥੇਦਾਰਾਂ ਨੂੰ ਜਾਂ ਜਿਸ ਤਰ੍ਹਾਂ ਦਾ ਇਹ ਪ੍ਰਬੰਧ ਹੈ ਇਹਨੂੰ ਗਿਆਨੀ ਰਘਬੀਰ ਸਿੰਘ ਜਾਂ ਅਕਾਲ ਤਖਤ ਦੇ ਪ੍ਰਵਾਨਿਤ ਜਥੇਦਾਰ ਦੇ ਮੁਕਾਬਲੇ ਤੇ ਮਾਨਤਾ ਦੇ ਰਹੇ ਨੇ। ਸੋ ਸਵਾਲ ਤਾਂ ਉੱਠ ਖੜੇ ਹੋਏ, ਡਿਬੇਟਸ ਦਾ ਹਿੱਸਾ ਰਹੇ, ਰੌਲੇ ਪਏ। ਇਹ ਵੀ ਇੱਕ ਸਵਾਲ ਉੱਠਦਾ ਹੈ ਕਿ ਤੁਸੀਂ ਉਸ ਚਿੱਠੀ ਨੂੰ ਜਾਂ ਉਹਨਾਂ MLAs ਨੇ ਨਸ਼ਰ ਕਿਉਂ ਨਹੀਂ ਕੀਤਾ। ਹਾਲਾਂਕਿ ਧਿਆਨ ਸਿੰਘ ਮੰਡ ਇਹ ਕਹਿ ਰਹੇ ਆ, ਭਾਈ ਧਿਆਨ ਸਿੰਘ ਮੰਡ, ਕਿ ਮੈਂ ਸਰਵਣ ਸਿੰਘ ਧੁੰਨ ਜਿਹੜੇ MLA ਨੇ ਉਹਨਾਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਜੋ ਮੈਨੂੰ ਚੰਡੀਗੜ੍ਹੋਂ ਲਿਖਾਇਆ ਗਿਆ ਸੀ ਮੈਂ ਐਜ ਇਟ 'ਚ ਲਿਖ ਕੇ ਦਿੱਤਾ, ਮੈਂ ਤੁਹਾਨੂੰ ਇੱਕ ਅੱਖਰ ਵੀ ਆਪਣੇ ਕੋਲੋਂ ਲਿਖ ਕੇ ਨਹੀਂ ਦਿੱਤਾ। ਪਰ ਕੀ ਸਰਵਣ ਸਿੰਘ ਧੁੰਨ ਇਹ ਸਾਫ਼ ਕਰਨਗੇ ਕਿ ਕੀ ਮੁੱਖ ਮੰਤਰੀ ਨੇ ਉਹਨਾਂ ਨੂੰ ਟੈਲੀਫੋਨਿਕਲੀ ਕਿਹਾ ਕਿ ਤੁਸੀਂ ਮੇਰੇ ਵੱਲੋਂ ਆਪਣੇ ਸਾਈਨਾਂ ਨਾਲ ਪੱਤਰ ਦੇ ਕੇ ਆਓ, ਜਾਂ ਕੀ ਉਹਨਾਂ ਨੂੰ ਮੁੱਖ ਮੰਤਰੀ ਦੇ ਬਿਹਾਫ ਤੇ ਕਿਸੇ ਹੋਰ ਨੇ ਉਹਦਾ ਨਾਮ ਲੈ ਕੇ ਦੱਸ ਸਕਣਗੇ ਵੀ ਉਹਨਾਂ ਨੇ ਕਿਹਾ। ਦੂਜਾ ਮਾਮਲਾ ਸਰਦਾਰ ਜਗਤਾਰ ਸਿੰਘ ਜੀ ਮਾਮਲਾ, ਉਹ ਵੀ ਲਗਭਗ ਸਿੱਖ ਮਸਲਿਆਂ ਦੇ ਵਿੱਚ ਸਭ ਤੋਂ ਵੱਡਾ ਹੈ। ਹੁਣ ਇੱਕ ਵਾਰੀ ਫਿਰ ਅਕਾਲੀ ਲੀਡਰਸ਼ਿਪ, ਖਾਸ ਤੌਰ ਤੇ ਹਰਸਿਮਰਤ ਕੌਰ ਬਾਦਲ ਜਦੋਂ ਇਹ ਪੱਤਰ ਲਿਖ ਰਹੇ ਆ ਗ੍ਰਹਿ ਮੰਤਰੀ ਨੂੰ, ਤੁਸੀਂ ਉਹਦੀ ਪੂਰੀ ਇਬਾਰਤ ਵਿੱਚੋਂ ਨਿਕਲਦਿਆਂ ਕੀ ਫੀਲ ਕੀਤਾ? ਇਹਦੇ ਵਿੱਚ ਹੁਣ ਲੌਜਿਕ ਕੀ ਦਿੱਤਾ ਗਿਆ, ਤਰਕ ਕੀ ਦਿੱਤਾ ਗਿਆ, ਔਰ ਕੀ ਇੱਕ ਵਾਰੀ ਫਿਰ ਇਹ ਮੁੱਦਾ ਬੰਦੀ ਸਿੱਖਾਂ ਦਾ ਵੱਡੇ ਪੱਧਰ ਤੇ ਖੜਾ ਹੋ ਸਕਦਾ ਇਸ ਪੱਤਰ ਨਾਲ, ਜਾਂ ਇਸ ਪੱਤਰ ਦੇ ਉੱਤੇ ਕੋਈ ਅੱਗੋਂ ਰਿਐਕਸ਼ਨ, ਕੋਈ ਕਾਰਵਾਈ ਹੋ ਸਕਦੀ ਹੈ? ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਨੇ ਇੱਕ ਜਵਾਬ ਦਿੱਤਾ ਹੋਇਆ ਕਿ ਅਜੇ ਅਸੀਂ ਇਸ ਤੇ ਫੈਸਲਾ ਨਹੀਂ ਕਰ ਸਕਦੇ ਜੇ ਮੈਂ ਗਲਤ ਨਹੀਂ ਤਾਂ। ਹਾਈ ਕੋਰਟ ਨੇ ਕੱਲ ਇੱਕ ਡਾਇਰੈਕਸ਼ਨ ਦਿੱਤੀ ਹੈ ਕਿ ਜਿਹੜਾ ਇੱਥੇ ਕੌਮੀ ਇਨਸਾਫ ਮੋਰਚੇ ਨੇ ਧਰਨਾ ਲਾਇਆ ਹੋਇਆ, ਸੜਕ ਬੰਦ ਕੀਤੀ ਹੋਈ ਹੈ ਚੰਡੀਗੜ੍ਹ ਮੁਹਾਲੀ ਬਾਰਡਰ ਤੇ YPS ਚੌਕ ਤੇ, ਜੇ 15 ਦਿਨਾਂ ਦੇ ਵਿੱਚ ਇਹਨੂੰ ਚੱਕਿਆ ਜਾਵੇ ਤੇ ਇਹਦਾ ਕੋਈ ਸੋਲੂਸ਼ਨ ਕੱਢਿਆ ਜਾਵੇ, ਨਹੀਂ ਤਾਂ ਅਸੀਂ ਜ਼ਬਰਦਸਤੀ ਚੁਕਾਵਾਂਗੇ। ਇੱਕ ਆਸਪੈਕਟ ਇਹਦਾ ਹੁਣ ਇਹ ਹੈ, ਉਹ ਕੌਮੀ ਇਨਸਾਫ ਮੋਰਚਾ ਬੰਦੇ ਸਿੰਘਾਂ ਦੀ ਰਿਹਾਈ ਵਾਸਤੇ ਆ, ਉਹਦੇ ਵਿੱਚ ਸਰਦਾਰ ਬਲਵੰਤ ਸਿੰਘ ਰਾਜੂਆਣਾ ਵੀ ਸ਼ਾਮਲ ਹੈਗੇ। ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਲੈਟਰ ਲਿਖੀ ਹੈ, ਅੱਜ 3 ਪੇਜ ਦੀ ਲੈਟਰ ਹੈਗੀ ਹੈ। ਬੜੀ ਵਧੀਆ ਗੱਲ ਹੈ ਕਿ ਅਕਾਲੀ ਦਲ ਹੁਣ ਵਾਪਸ ਇਹ ਮੁੱਦਾ ਟੇਕਅਪ ਕਰ ਰਿਹਾ ਹੈ। ਮੈਨੂੰ ਇਹ ਲੱਗਦਾ ਕਿ ਜਿਹੜੀ ਇਸ ਵੇਲੇ ਜਿਸ ਪੋਜੀਸ਼ਨ ਦੇ ਵਿੱਚ ਅਕਾਲੀ ਦਲ ਪਹੁੰਚ ਗਿਆ, ਲੋਕਾਂ ਤੋਂ ਆਈਸੋਲੇਟ ਹੋਇਆ ਹੋਇਆ, ਉਹਦੇ 'ਚ ਇਹ ਹੁਣ ਵਾਪਸ ਪੰਥਕ ਮੁੱਦਿਆਂ ਵੱਲ ਆਉਣ ਦੀ ਕੋਸ਼ਿਸ਼ ਕਰ ਰਿਹਾ। ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ। ਇਹ ਇੰਟੈਂਸ਼ਨ ਭਾਵੇਂ ਪੋਲੀਟੀਕਲੀ ਹੋਵੇ, ਚਲੋ ਵੈਲਕਮ ਕਰਨੀ ਚਾਹੀਦੀ ਆ। ਸੋ ਆਪਣੇ ਆਪ ਦੇ ਵਿੱਚ ਇਹ ਇਸ਼ੂ ਇਹਨਾਂ ਨੇ ਠੀਕ ਟੇਕਅਪ ਕੀਤਾ ਹੋਇਆ, ਤੇ ਇਹਨਾਂ ਨੇ ਐਗਜ਼ਾਮਪਲ ਵੀ ਦਿੱਤੀਆਂ ਕਿ ਜੇ ਰਾਜੀਵ ਗਾਂਧੀ ਦੇ ਕਿਲਰਸ ਨੂੰ ਛੱਡਿਆ ਜਾ ਸਕਦਾ ਹੈ ਤੇ ਭਾਈ ਬਲਵੰਤ ਸਿੰਘ ਰਾਜੂਆਣਾ ਨੂੰ ਕਿਉਂ ਨਹੀਂ। ਤੇ ਇਹਨਾਂ ਨੇ ਇੱਕ ਉਸ ਚਿੱਠੀ ਦਾ ਜ਼ਿਕਰ ਕੀਤਾ ਜਿਹੜੀ 2019 ਦੇ ਵਿੱਚ ਕੇਂਦਰ ਸਰਕਾਰ ਨੇ ਲਿਖੀ ਸੀਗੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਤੇ, ਕਿ ਅਸੀਂ ਇਹਨਾਂ ਨਾਲ ਜਿਹੜੇ ਬੰਦੀ ਸਿੰਘ ਹੈਗੇ ਆ ਅਸੀਂ ਰਿਹਾ ਕਰ ਸਕਦੇ, ਲੇਕਿਨ ਉਹਨਾਂ 'ਚੋਂ ਅਜੇ ਕੋਈ ਵੀ ਰਿਹਾ ਨਹੀਂ ਹੋਇਆ। ਸੋ ਉਹ ਮੈਂ ਹੁਣ ਇਹਨਾਂ ਦੀ ਜਿਹੜਾ ਇਹਨਾਂ ਨੇ ਲੌਜਿਕ ਲਿਆ ਨਾ, ਉਹ ਥੋੜ੍ਹਾ ਜਿਹਾ ਡਿਫਰੈਂਟ ਹੈਗਾ। ਇਹਨਾਂ ਨੇ ਗੱਲ ਕੀਤੀ ਹੈ ਕਿ ਕਾਂਗਰਸ ਨੇ ਇੱਕ ਸਾਜ਼ਿਸ਼ ਤਹਿਤ 1984 ਦਰਬਾਰ ਸਾਹਿਬ ਤੇ ਹਮਲਾ ਕੀਤਾ, ਨਵੰਬਰ 'ਚ ਸਿੱਖਾਂ ਦਾ ਕਤਲੇਆਮ ਦਿੱਲੀ ਦੇ ਵਿੱਚ ਹੋਇਆ। ਉਹਦੇ ਇਮੋਸ਼ਨਲ ਰਿਐਕਸ਼ਨ ਦੇ ਵਿੱਚ ਜਿਹੜਾ ਪੰਜਾਬ ਦਾ ਨੌਜਵਾਨ ਸੀਗਾ ਉਹਨੇ ਹਥਿਆਰ ਚੱਕੇ ਤੇ ਇਸ ਘਰ 'ਚ ਪਿਆ। ਇਹ ਜਿਹੜਾ ਰਿਸਪੌਂਸ ਹੈ ਨਾ, ਇਹ ਇਮੋਸ਼ਨਲ ਰਹੀ ਸੀ, ਇਹ ਸਿਆਸੀ ਲੜਾਈ ਸੀਗੀ, ਇੱਕ ਸਿਆਸੀ ਸੰਘਰਸ਼ ਲੜਿਆ ਗਿਆ ਤੇ ਉਹ ਸੰਘਰਸ਼ ਤਾਂ ਹੁਣ ਵੀ ਚੱਲ ਰਿਹਾ। 1984 ਤੇ ਤੋਂ ਪਹਿਲਾਂ ਤੇ 84 ਤੋਂ ਬਾਅਦ ਠੀਕ ਹੈ, ਉਹ ਜਿਹੜਾ ਕੰਟੈਂਟ ਹੈ ਸਟਰਗਲ ਦਾ ਉਹ ਚੇਂਜ ਹੁੰਦਾ ਹੈ, ਲੇਕਿਨ ਸਟਰਗਲ 84 ਤੋਂ ਪਹਿਲਾਂ ਵੀ ਸਿਆਸੀ ਸੀ ਤੇ ਬਾਅਦ ਵਿੱਚ ਵੀ ਸਿਆਸੀ ਹੈ।
ਤੇ ਜਿਹੜਾ ਇਮੋਸ਼ਨਲ ਐਸਪੈਕਟ ਹੈ ਨਾ, ਉਹਦਾ ਇੱਕ ਪਾਰਟ ਹੈ ਸਿਰਫ। ਮੇਨ ਜੀ। ਇਸ਼ੂ ਸਿਆਸੀ ਸਟਰਗਲ ਹੈਗੀ। ਸੋ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ। ਇਹਨਾਂ ਨੇ ਇੱਕ ਤਾਂ ਇਹ, ਦੂਜਾ ਇਹਨਾਂ ਨੇ ਕਿਤੇ ਵੀ ਜ਼ਿਕਰ ਨਹੀਂ ਕੀਤਾ ਕਿ ਜਿਹੜਾ ਸਰਦਾਰ ਬਿਆਨ ਸਿੰਘ ਸਾਰਾ ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਐਕਸ਼ਨ ਸੀਗਾ ਉਸ ਵੇਲੇ ਦਾ ਮੁੱਖ ਮੰਤਰੀ ਬਿਆਨ ਸਿੰਘ ਨੂੰ ਮਾਰਨ ਦਾ, ਉਹਦੇ ਚਿੱਠੇ 'ਚ ਬਿਆਨ ਸਿੰਘ ਹੋਰਾਂ ਦਾ ਨਾਂ ਹੀ ਨਹੀਂ ਹੈ ਕਿਤੇ ਵੀ। ਐਕਸ਼ਨ ਦੱਸੋ ਵੀ ਐਕਸ਼ਨ ਕੀ ਸੀਗਾ ਤੇ ਕਿਉਂ ਇਹਨਾਂ ਨੇ ਐਕਸ਼ਨ ਲਿਆ। ਇਹ ਇਮੋਸ਼ਨਲ ਰਿਐਕਸ਼ਨ ਨਹੀਂ ਸੀਗਾ। ਜਿਹੜਾ ਪੰਜਾਬ ਦੇ ਵਿੱਚ ਸਰਦਾਰ ਬਿਆਨ ਸਿੰਘ ਦੀ ਸਰਕਾਰ ਵੇਲੇ ਤੇ KPS ਗਿੱਲ ਉਦੋਂ DGP ਸੀ, ਜਿਵੇਂ ਪੰਜਾਬ ਦੇ ਵਿੱਚ ਸਿੱਖ ਯੂਥ ਤੇ ਤਸ਼ੱਦਦ ਕੀਤਾ ਗਿਆ, ਫੇਕ ਐਨਕਾਊਂਟਰਸ ਕੀਤੀਆਂ ਗਈਆਂ, ਅਣਪਛਾਤੀਆਂ ਲਾਸ਼ਾਂ ਕਹਿ ਕੇ ਸੰਸਕਾਰ ਕੀਤੇ ਗਏ, ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਗਈ, ਉਹਦਾ ਰਿਐਕਸ਼ਨ ਸੀ। ਇਹ ਇਮੋਸ਼ਨਲ ਗੱਲ ਨਹੀਂ ਸੀ ਸਿਰਫ 84 ਤੇ ਨਵੰਬਰ 84 ਦਾ ਰਿਐਕਸ਼ਨ। ਇਹਦੀ ਇੱਕ ਬੈਕਗਰਾਉਂਡ ਹੈ, ਉਹਦੇ 'ਚ ਅਕਾਲੀ ਦਲ ਨੂੰ ਕਲੀਅਰ ਹੋਣਾ ਚਾਹੀਦਾ ਕਿ ਇਹ ਜਿਹੜੀ ਸਿਆਸਤ ਹੈ ਇਹਦੇ ਪਿੱਛੇ ਕੀ ਸੀਗੀ। ਤੀਜੀ ਗੱਲ, ਅਕਾਲੀ ਦਲ ਦਾ ਆਪਣਾ ਰੋਲ ਉਸ ਸਿਆਸਤ ਬਾਰੇ ਅਕਾਲੀ ਦਲ ਹੁਣ ਨਾਲ ਕਲੀਅਰ ਹੋਵੇ। ਚਿੱਠੀ ਲਿਖੀ ਬੀਬੀ ਨੇ, ਬਹੁਤ ਵਧੀਆ ਗੱਲ ਹੈ, ਬੀਬੀ ਜੀ ਨੇ ਚਿੱਠੀ ਲਿਖੀ ਹੈ, ਆਪਾਂ ਐਪਰੀਸ਼ੀਏਟ ਕਰਦੇ ਹਾਂ। ਲੇਕਿਨ ਹੁਣ ਇਹ ਵੀ ਨਾਲ ਕਲੀਅਰ ਕਰੋ ਵੀ ਅਕਾਲੀ ਦਲ ਦਾ ਉਸ ਸੰਘਰਸ਼ ਬਾਰੇ ਕੀ ਸਟੈਂਡ ਹੈ। ਕਿਉਂਕਿ ਜਦੋਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦਿੱਲੀ ਜੇਲ੍ਹ ਚੋਂ ਅੰਮ੍ਰਿਤਸਰ ਜੇਲ੍ਹ ਸ਼ਿਫਟ ਕਰਨ ਅਤੇ ਸੁਪਰੀਮ ਕੋਰਟ ਦੇ ਵਿੱਚ ਐਪਲੀਕੇਸ਼ਨ ਗਈ ਸੀਗੀ, ਤੇ ਉਦੋਂ ਪੰਜਾਬ ਸਰਕਾਰ ਨੇ ਇਹ ਕਹਿ ਕੇ ਅਪੋਜ਼ ਕੀਤਾ ਸੀਗਾ ਕਿ ਡੇਂਜਰਸ ਟੈਰਰਿਸਟ ਹੈ, ਇਹਨੂੰ ਪੰਜਾਬ 'ਤੇ ਲਿਆਉਣ ਨਾਲ ਇੱਥੋਂ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋਏਗਾ। ਇਹ ਐਫੀਡੇਵਿਟ ਹੈ, ਆਪਣਾ ਐਫੀਡੇਵਿਟ ਹੀ ਕੱਢ ਲਓ। ਇੱਕ ਦੂਸਰੀ ਗੱਲ, ਮੈਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਜਿਹੜਾ 1997 ਦੇ ਵਿੱਚ ਅਕਾਲੀ ਦਲ ਤੇ BJP ਦਾ ਕਾਮਨ ਮਿਨੀਮਮ ਪ੍ਰੋਗਰਾਮ ਹੈ, ਉਹਦੇ ਵਿੱਚ ਇਸ ਸੰਘਰਸ਼ ਨੂੰ ਪ੍ਰੋਕਸੀ ਵਾਰ ਬਾਈ ਪਾਕਿਸਤਾਨ ਕਿਹਾ ਗਿਆ ਸੀ। ਔਰ 1997 ਹੀ ਨਹੀਂ, ਜਦੋਂ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਸੀਗੇ ਤੇ ਹੋਮ ਮਿਨਿਸਟਰ ਵੀ ਸੀ, ਉਦੋਂ ਵੀ ਇਹਨਾਂ ਦੀ ਲਾਈਨ ਇਹੀ ਸੀ ਕਿ ਇਹ ਪ੍ਰੋਕਸੀ ਵਾਰ ਹੈ। ਜਿਹੜਾ ਪੰਜਾਬ ਨੇ ਕਰਜ਼ਾ ਚੱਕਿਆ, ਇਹਨਾਂ ਦੇ ਕਰਜ਼ਾ ਚੜ੍ਹਿਆ, ਉਹ ਅਸੀਂ ਤਾਂ ਪ੍ਰੋਕਸੀ ਵਾਰ ਲੜੀ ਆ ਨੈਸ਼ਨਲ ਇੰਟਰਸਟ ਦੇ ਵਿੱਚ। ਸੋ ਇਹ ਕਲੀਅਰ ਕਰੋ ਵੀ ਤੁਸੀਂ ਕਿਸ ਪਾਸੇ ਖੜੇ। ਸੋ ਇਹ ਗੱਲਾਂ ਸਾਰੀਆਂ ਇਹਦਾ ਪਾਰਟ ਹੈਗਾ। ਸਿਰਫ ਇੰਨੀ ਗੱਲ ਕਹਿਣ ਨਾਲ ਗੱਲ ਅੱਗੇ ਨਹੀਂ ਤੁਰਦੀ ਕਿ ਭਾਈ ਰਾਜੋਆਣਾ ਨੂੰ ਛੱਡਿਆ ਜਾਵੇ। ਅਕਾਲੀ ਦਲ ਉਸ ਸੰਘਰਸ਼ ਬਾਰੇ ਆਪਣਾ ਸਟੈਂਡ ਕਲੀਅਰ ਕਰੇ। ਇਹ ਨਹੀਂ ਕਿ ਅੱਜ ਹੋਰ ਹੈ ਤੇ ਕੱਲ ਹੋਰ ਹੈ, ਤੇ ਜਦੋਂ ਸੱਤਾ 'ਚ ਆ ਜਾਓ ਤੁਸੀਂ ਸਟੈਂਡ ਹੋਰ ਲੈ ਲਓ, ਜਿਹੜੇ ਪਾਵਰ 'ਚ ਨਾ ਹੋ। ਉਹ ਤਾਂ ਬਾਦਲ ਸਾਹਿਬ ਖਾਲਿਸਤਾਨ ਦੀ ਗੱਲ ਵੀ ਕਰਦੇ ਰਹੇ ਆ, ਜਿਹੜਾ ਉਲਟਾ ਪਾਵਰ ਸੀ, ਉਹਨਾਂ ਦੇ ਸਾਈਨ ਕੀਤੇ ਹੋਏ ਆ। ਇਸ ਤਰ੍ਹਾਂ ਨਹੀਂ ਸਿਆਸਤ ਚੱਲਦੀ, ਸਿੱਖ ਸਿਆਸਤ। ਇਸੇ ਕਰਕੇ ਇਹ ਜਿਹੜੇ ਡਬਲ ਸਟੈਂਡਰਡ ਅਕਾਲੀ ਦਲ ਦੇ, ਪਾਰਟੀ ਨੂੰ ਇਹਦੇ ਵਿੱਚੋਂ ਬਾਹਰ ਨਿਕਲਣਾ ਪਏਗਾ। ਹਾਂ, ਮੈਂ ਇੱਕ ਵਾਰੀ ਫਿਰ ਵੈਲਕਮ ਕਰਦਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ਼ੂ ਟੇਕਅਪ ਕਰਕੇ ਇਹ ਬਹੁਤ ਵਧੀਆ ਕੰਮ ਕੀਤਾ। ਮੈਂ ਇਹਦੇ ਨਾਲ ਹੋਰ ਕਲੀਅਰ ਕਰ ਦਿਆਂ, ਜਿਹੜੇ ਰਾਜੀਵ ਗਾਂਧੀ ਦੇ ਕਿਲਰਸ ਰਿਲੀਜ਼ ਕੀਤੇ ਗਏ, ਉਸ ਤੋਂ ਪਹਿਲਾਂ ਤਾਮਿਲਨਾਡੂ ਦੀ ਅਸੈਂਬਲੀ ਨੇ ਯੂਰੈਨੀਮਸ ਮਤਾ ਪਾਸ ਕੀਤਾ ਹੋਇਆ ਉਹਨਾਂ ਦੇ ਰਿਲੀਜ਼ ਵਾਸਤੇ। ਉਹਦੇ ਪਿੱਛੇ ਪੂਰੀ ਸਿਆਸੀ ਫੋਰਸ ਸੀ। ਅਕਾਲੀ ਦਲ ਦੀ ਸਰਕਾਰ ਰਹੀ ਹੈ 5 ਟਰਮਾਂ, ਚਲੋ 97 ਵਾਲੀ ਤਾਂ ਛੱਡ ਦਿਓ, 7 ਤੋਂ 12 ਤੱਕ, 12 ਤੋਂ 17 ਤੱਕ ਜੀ। ਬੀਬੀ ਜੀ ਖੁਦ ਵੀ ਮੰਤਰੀ ਰਹੇ ਮੋਦੀ ਸਰਕਾਰ ਦੇ ਵਿੱਚ 14 ਤੋਂ ਬਾਅਦ 2020 ਤੱਕ। ਇਹ ਕਿੰਨੀ ਵਾਰੀ ਪ੍ਰਾਈਮ ਮਿਨਿਸਟਰ ਨੂੰ ਮਿਲੇ ਸੀ ਇਹ ਇਸ਼ੂ ਲੈ ਕੇ। ਸੋ ਗੱਲਾਂ ਕਲੀਅਰ ਹੋਣੀ ਚਾਹੀਦੀਆਂ ਕਿ ਉਸ ਵੇਲੇ ਅਸੈਂਬਲੀ ਨੇ ਕੋਈ ਰੈਜ਼ੋਲੂਸ਼ਨ ਯੂਰੈਨੀਮਸ ਪਾਸ ਕੀਤਾ ਸੀ। ਠੀਕ ਹੈ, ਇੱਕ ਵਾਰੀ ਮਤਾ ਆਇਆ ਸੀਗਾ ਜਦੋਂ ਫਾਂਸੀ ਦੀ ਸਜ਼ਾ ਲੱਗੀ ਸੀਗੀ ਭਾਈ ਰਾਜੋਆਣਾ ਨੂੰ, ਉਦੋਂ ਹੀ ਮਤਾ ਅਸੈਂਬਲੀ ਜ਼ਰੂਰ ਆਇਆ ਸੀਗਾ, ਉਹ ਫਾਂਸੀ ਦੀ ਸਜ਼ਾ ਰੁਕਵਾਉਣ ਵਾਸਤੇ। ਇਹਨਾਂ ਦੇ ਰਿਲੀਜ਼ ਵਾਸਤੇ ਮੈਨੂੰ ਖਿਆਲ ਨਹੀਂ ਕਿ ਇਹਨਾਂ ਨੇ ਕੋਈ ਇਹ ਰੈਜ਼ੋਲੂਸ਼ਨ ਅਸੈਂਬਲੀ 'ਚ ਲਿਆਂਦਾ ਹੋਵੇ। ਜੀ ਸਰਦਾਰ ਹਰਮੀਤ ਸਿੰਘ ਜੀ, ਜਦੋਂ ਰਾਜੋਆਣੇ ਦੀ ਫਾਂਸੀ ਲਗਭਗ ਫਾਈਨਲ ਸੀ ਤਾਂ ਉਸ ਵੇਲੇ ਸਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਸਮੇਤ ਸੈਣੀ ਸ਼ਾਇਦ DGP ਸੀ ਜੇ ਮੈਂ ਗਲਤ ਨਹੀਂ, ਔਰ ਤੀਜੇ ਹਰਚਰਨ ਬੈਂਸ ਉਹਨਾਂ ਦੇ ਸਲਾਹਕਾਰ ਸੀਗੇ ਮੁੱਖ ਮੰਤਰੀ ਦੇ। ਇਹ ਤਿੰਨੋਂ ਲੋਕ ਬੈਠੇ ਹੋਏ ਸੀਗੇ। ਬਾਦਲ ਸਾਹਿਬ ਹੁਣ ਨਹੀਂ ਰਹੇ, ਲੇਕਿਨ ਸਮੇਤ ਸਿੰਘ ਸੈਣੀ ਨੂੰ ਬਾਦਲ ਸਾਹਿਬ ਇਹ ਕਹਿਣ ਲੱਗੇ ਕਿ ਮੈਂ ਸ਼ਾਇਦ ਹੁਣ ਮੁੱਖ ਮੰਤਰੀ ਨਹੀਂ ਰਹਿ ਸਕਾਂਗਾ ਇਸ ਸਥਿਤੀ ਦੇ ਵਿੱਚ, ਤੇ ਉਹ ਗੱਲ ਕਹਿਣ ਦੀ ਸੀ ਜਾਂ ਅੱਗੇ ਵਧਾਉਣ ਦੀ ਸੀ। ਉਸ ਤੋਂ ਬਾਅਦ ਦਿੱਲੀ ਨਾਲ ਜਿਵੇਂ ਮਾਮਲਾ ਟੇਕਅਪ ਹੁੰਦਾ ਹੈ ਤੇ ਜਿਸ ਤਰੀਕੇ ਨਾਲ ਉਸ ਵੇਲੇ ਦੇ ਜੇਲ੍ਹ ਸੁਪਰਨਟੈਂਡੈਂਟ ਪਿੱਛੇ ਹਟ ਜਾਂਦੇ ਆ, ਇੱਕ ਵਾਰੀ ਅਕਾਲੀ ਦਲ ਉਦੋਂ ਸਟੈਂਡ ਲੈਂਦਾ ਨਜ਼ਰ ਆਉਂਦਾ।
ਔਰ ਸ਼ਾਇਦ ਭਾਈ ਬਲਵੰਤ ਸਿੰਘ ਰਾਜੋਆਣਾ ਉਦੋਂ ਹੀ ਅਕਾਲੀ ਦਲ ਲਈ ਇੱਕ ਤਰ੍ਹਾਂ ਨਾਲ ਉਹਨਾਂ ਨੇ ਆਪਣਾ ਸਮਰਥਨ ਸੀ ਅਕਾਲੀ ਦਲ ਲਈ ਖੜਾ ਕਰ ਲਿਆ। ਫਿਰ ਉਸ ਤੋਂ ਬਾਅਦ ਜਦੋਂ ਹੁਣ ਅਕਾਲੀ ਦਲ ਬਿਲਕੁਲ ਹੀ ਇਸ ਇਲੈਕਸ਼ਨ 'ਚ 22 ਦੇ ਵਿੱਚ ਬੁਰੇ ਤਰੀਕੇ ਨਾਲ ਪਿੱਛੇ ਆ ਜਾਂਦਾ ਹੈ, ਤਾਂ ਫਿਰ ਇੱਕ 11 ਮੈਂਬਰੀ ਕਮੇਟੀ ਬਣਦੀ ਹੈ ਜਿਹੜੀ ਦੂਜੇ ਦਿਨ ਹੀ ਦਫਾੜ ਹੁੰਦੀ ਹੈ। ਇਹਦੇ ਉੱਤੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਨਾਲ ਲਿਆ ਜਾਂਦਾ। ਫਿਰ ਸਾਰੇ ਦੇ ਸਾਰੇ ਲੋਕ ਸੰਗਰੂਰ ਇਲੈਕਸ਼ਨ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੇ ਘਰ ਜਾਂਦੇ ਨੇ, ਲੇਕਿਨ ਉਹ ਨਹੀਂ ਮੰਨਦੇ ਕੈਂਡੀਡੇਟ ਜਿਹੜੇ ਭਾਈ ਬਲਵੰਤ ਸਿੰਘ ਦੀ ਭੈਣ ਦੇ ਹੱਕ 'ਚ ਛੱਡਣ ਲਈ ਆਪਣਾ ਕੈਂਡੀਡੇਟ। ਸੋ ਉਸ ਤੋਂ ਬਾਅਦ ਫਿਰ ਚੁੱਪ ਵਰਤ ਜਾਂਦੀ ਹੈ। ਦਰਮਿਆਨ ਦੀ ਜਿਹੜੀ ਚੁੱਪ ਆ ਉਹ ਲਗਾਤਾਰ ਤੁਹਾਨੂੰ ਤੰਗ ਕਰਦੀ ਹੈ ਕਿ ਤੁਸੀਂ ਲਗਾਤਾਰ ਮੁੱਦਾ ਕਿਉਂ ਨਹੀਂ ਉਠਾ ਰਹੇ। ਔਰ ਹੁਣ ਹਰਸਿਮਰਤ ਕੌਰ ਬਾਦਲ ਇੱਕ ਵਾਰੀ ਫਿਰ ਇਸ ਮੁੱਦੇ ਨੂੰ ਉਠਾ ਰਹੇ ਆ, ਉਸ ਵੇਲੇ ਜਦੋਂ ਇਸੇ ਤਰ੍ਹਾਂ ਦਾ ਮੁੱਦਾ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਖੜਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਦੇਖ ਰਹੇ ਹੋ ਤਾਂ ਇਹਨੂੰ ਕਿਵੇਂ ਸਮਝੀਏ, ਔਰ ਇਹਦੇ ਚ ਪੋਲਿਟਿਕਸ ਕਿੰਨੀ ਆ, ਇਹਦੇ ਚ ਜਜ਼ਬਾਤ ਕਿੰਨੇ ਆ। ਸੋ ਇਹਨਾਂ ਚੀਜ਼ਾਂ ਨੂੰ ਜਜ਼ਬਾਤ ਨਾਲ ਜੋੜ ਕੇ ਦੇਖਿਆ ਜਾਵੇ, ਪੋਲਿਟਿਕਸ ਨਾਲ ਦੇਖ ਕੇ ਔਰ ਇਹਦਾ ਫਾਇਦਾ ਨੁਕਸਾਨ ਜਿਹੜਾ ਇਹ ਕੁਦਰਤੀ ਤੌਰ ਤੇ ਜਦੋਂ ਅਮਿਤ ਸ਼ਾਹ ਜੀ ਕੋਲੇ ਰੱਖਿਆ ਜਾ ਰਿਹਾ ਮਾਮਲਾ, ਤੇ ਉਹ ਵੀ ਪੰਜਾਬ ਦੇ ਵਿੱਚ ਪੋਲਿਟਿਕਸ ਕਰਨ ਲਈ ਇੱਕ ਅੱਗੇ ਵਧ ਰਹੇ ਨੇ, ਬਹੁਤ ਅਹਿਮ ਫੈਸਲੇ ਲੈ ਰਹੇ ਨੇ। ਪੰਜਾਬ ਦੇ ਵਿੱਚ ਪੋਲਿਟਿਕਸ ਉਹਨਾਂ ਨੇ ਹੁਣ ਫੁੱਲ ਫਲੈਜ ਕਰਨੀ ਆ। ਸੋ ਇਹਨੂੰ ਸਿਆਸਤ ਦੇ ਨਜ਼ਰੀਏ ਤੋਂ ਕਿਵੇਂ ਦੇਖੀ? ਅਸਲ ਦੇ ਵਿੱਚ ਮਾਮਲਾ ਇੱਕ ਕਨਸਟੀਟਿਊਸ਼ਨਲ ਵੀ ਹੈ, ਮਾਮਲਾ ਸਿਆਸੀ ਵੀ ਹੈ, ਤੇ ਮਾਮਲਾ ਇੱਕ ਮੂਵਮੈਂਟਾਂ ਜਦੋਂ ਚੱਲਦੀਆਂ ਨੇ, ਅੰਦੋਲਨ ਚੱਲਦੇ ਨੇ, ਉਹ ਕਿਵੇਂ ਕਲੋਜ਼ਰ ਹੁੰਦਾ ਉਹਨਾਂ ਦਾ, ਉਹਦੇ ਨਾਲ ਵੀ ਜੁੜਿਆ ਹੋਇਆ ਹੈ। ਉਹ ਸਾਰੇ ਮਾਮਲੇ ਆਪਸ ਦੇ ਵਿੱਚ ਦੇਖੇ ਜਾਂਦੇ ਨੇ। ਮਾਮਲਾ ਇੱਕ ਲੜਾਈ ਹੈ, ਪੋਲੀਟੀਕਲ ਲੜਾਈ ਦਾ ਮਤਲਬ ਕਲੋਜ਼ਰ ਨਹੀਂ ਹੋਇਆ। ਸਾਡੇ ਕਲੋਜ਼ਰ ਇਸ ਕਰਕੇ ਨਹੀਂ ਹੋਇਆ, ਸਾਰਾ ਕੁਝ ਖੁੱਲਾ ਪਿਆ ਜੀ। 84 ਦਰਬਾਰ ਸਾਹਿਬ ਤੇ ਹਮਲਾ, 84 ਦਾ ਕਤਲੇਆਮ, ਬਾਕੀ ਦੀਆਂ ਚੀਜ਼ਾਂ, ਉਦੋਂ ਬਾਅਦ ਕਿੰਨੇ ਇੱਧਰ ਮਰ ਗਏ, ਕਿੰਨੇ ਉੱਧਰ ਮਰ ਗਏ, ਕੋਈ ਬਿਨਾਂ ਰਿਕਾਰਡ, ਬਿਨਾਂ ਨੈਗੋਸ਼ੀਏਸ਼ਨ। ਰਜੀਵ ਲੌਂਗੋਵਾਲ ਰਿਕਾਰਡ ਇੱਕ ਕਰਨ ਦੀ ਟਰਾਈ ਕੀਤੀ, ਉਹਦੇ ਚ ਵੰਡਿਆ ਗਿਆ ਸੀ ਪੰਜਾਬ, ਪੂਰੀ ਤਰ੍ਹਾਂ ਧਿਰਾਂ ਵੰਡੀਆਂ ਗਈਆਂ ਸੀ। ਉਦੋਂ ਬਾਅਦ ਕੋਈ ਐਫਰਟ ਨਹੀਂ ਹੋਇਆ ਕਿ ਪੰਜਾਬ ਦੇ ਨਾਲ ਤੇ ਦਿੱਲੀ ਦਾ ਜਿਹੜੀ ਕੇਂਦਰ ਦੀ ਸਰਕਾਰ ਹੈ, ਕੋਈ ਦੁਬਾਰਾ ਬੈਠ ਕੇ ਜਾਂ ਕੁਝ ਇਹੋ ਜਿਹਾ ਰੋਡ ਮੈਪ ਤਿਆਰ ਕਰੇ ਜਿਹਦੇ ਨਾਲ ਕਲੋਜ਼ਰ ਦਿਖਾਈ ਦੇਵੇ। ਜਦੋਂ ਇਹੋ ਜਿਹਾ ਮੂਵਮੈਂਟਾਂ ਦੇ ਕਲੋਜ਼ਰ ਹੁੰਦੇ ਨੇ, ਉਦੋਂ ਫਿਰ ਆਮ ਮਾਫੀਆਂ ਹੁੰਦੀਆਂ ਨੇ। ਤੁਹਾਡੇ ਪੁਲਿਸ ਵਾਲਿਆਂ ਨੇ ਜਿੰਨੇ ਮਾਰੇ, ਜਿੰਨੇ ਝੂਠੇ ਪੁਲਿਸ ਮੁਕਾਬਲੇ, ਉਹਨਾਂ ਨੂੰ ਵੀ, ਤੇ ਜਿੰਨੇ ਦੂਜੀ ਸਾਈਡ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਵੀ ਛੱਡਿਆ ਜਾਂਦਾ ਆਮ ਮਾਫੀਆਂ ਦੇ ਤੌਰ ਦੇ ਉੱਤੇ। ਨੇਪਾਲ ਦੇ ਵਿੱਚ ਜਿਸ ਢੰਗ ਦੇ ਨਾਲ ਹੋਇਆ ਮਾਓਵਾਦੀਆਂ ਦਾ ਸਿਸਟਮ, ਈਵਨ ਉਹਨਾਂ ਦੇ ਹਥਿਆਰਬੰਦ ਬੰਦੇ ਫੌਜ 'ਚ ਵੀ ਸ਼ਾਮਲ ਹੋ ਗਏ ਨੇ, ਪੁਲਿਸ 'ਚ ਵੀ ਸ਼ਾਮਲ ਕੀਤੇ। ਉਸ ਤੋਂ ਬਾਅਦ ਇੱਕ ਦੂਜੇ ਦੇ ਖੂਨ ਦੇ ਪਿਆਸੇ ਇੰਨੇ ਲੋਕ ਮਰ ਰਹੇ ਸੀ ਆਪਸ ਦੇ ਵਿੱਚ। ਸਾਊਥ ਅਫਰੀਕਨ ਸੈਟਅਪ ਦੇ ਵਿੱਚ ਇਨਕਾਥਾ ਨੈਸ਼ਨਲ ਪਾਰਟੀ, ਜਿਹੜੀ ਟੋਟਲ ਮਿਲੀਟੈਂਟ ਪਾਰਟੀ ਸੀ, ਉਹਦੇ ਲੀਡਰ ਨੂੰ ਹੋਮ ਮਿਨਿਸਟਰੀ ਦਿੱਤੀ। ਬਲਕਿ ਜਦੋਂ ਇਲੈਕਸ਼ਨ ਆ ਗਏ ਉਸ ਲੈਵਲ ਦੇ, ਜਿਹੜੀਆਂ ਕੌਮਾਂ ਨੇ ਕੋਈ ਰਸਤੇ ਤਲਾਸ਼ਣੇ ਹੁੰਦੇ ਨੇ, ਉਹ ਹੋਰ ਤਰ੍ਹਾਂ ਡੀਲ ਕਰਦੀਆਂ ਨੇ। ਜਿਨ੍ਹਾਂ ਨੇ ਸੋਹਣ ਖੜੀ ਰੱਖਣੀ ਹੁੰਦੀ ਹੈ, ਉਹ ਸ਼ਾਇਦ ਇਹ ਹੈ ਸਾਡੇ ਨੈਸ਼ਨਲ ਲੈਵਲ ਦਾ ਜਿਹੜਾ ਪਰਸਪੈਕਟਿਵ ਹੈ ਸੋ ਕਾਲਡ ਉੱਪਰ, ਮੇਰਾ ਖਿਆਲ ਹੈ ਉਹ ਨਹੀਂ ਕਲੋਜ਼ਰ ਉਹਨਾਂ ਨੇ ਉਸ ਰਸਤੇ ਕੀਤਾ ਕਿਸੇ ਵੀ ਰੂਪ ਚ। ਨੰਬਰ 1। ਨੰਬਰ 2 ਇਹ ਗੱਲ ਹੈ ਇਸ ਮਾਮਲੇ ਦੇ ਵਿੱਚ ਕਿ ਜਿਹੜੇ ਵੀ ਇਹੋ ਜਿਹੇ ਕੇਸ ਹੁੰਦੇ ਨੇ ਸਾਰੇ, ਉਹਨਾਂ ਦੇ ਵਿੱਚ ਸੰਵਿਧਾਨ ਦੇ ਆਰਟੀਕਲ 161 ਦੇ ਤਹਿਤ ਸੰਬੰਧਿਤ ਸਟੇਟ ਦੀ ਕੈਬਨਿਟ ਨੂੰ ਤੇ ਕੈਬਨਿਟ ਤੋਂ ਅੱਗੇ ਗਵਰਨਰ ਦੀ ਅਪਰੂਵਲ ਦੇ ਨਾਲ ਇਹੋ ਜਿਹੇ ਕੈਦੀਆਂ ਦੀ ਰਿਹਾਈ, ਸਜ਼ਾ ਘੱਟ ਹੋ ਸਕਦੀ ਹੈ ਤੇ ਰਿਹਾਈ ਹੋ ਸਕਦੀ ਹੈ ਜਦੋਂ ਵੀ ਜੇਕਰ ਉਹ ਚੀਜ਼ਾਂ ਹੋਣ। ਜਿਹੜਾ ਰਾਜੀਵ ਗਾਂਧੀ ਦੇ ਕਤਲ ਕਰਨ ਵਾਲਿਆਂ ਦਾ ਮਾਮਲਾ ਹੈ, ਉਹ ਕੱਲਾ ਇੰਨਾ ਨਹੀਂ ਕਿ ਵਿਧਾਨ ਸਭਾ ਨੇ ਮਤਾ, ਉਹ AIADMK ਦੀ ਸਰਕਾਰ ਸੀ ਉਦੋਂ, ਜਦੋਂ ਕੈਬਨਿਟ ਨੇ ਇਹ ਪਾਇਆ ਕਿ 161 ਦੇ ਤਹਿਤ ਆਪਣੇ ਹੱਕ ਦਾ ਇਸਤੇਮਾਲ ਕੀਤਾ ਤੇ ਗਵਰਨਰ ਕੋਲ ਫਾਈਲ ਪਈ ਰਹੀ। ਗਵਰਨਰ ਕੋਲ ਫਾਈਲ ਪਈ ਰਹੀ ਤਾਂ ਤਾਮਿਲਨਾਡੂ ਦੀ ਸਰਕਾਰ ਜਿਹੜੀ ਹੈ ਉਹ ਸੁਪਰੀਮ ਕੋਰਟ ਗਈ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਅਨਲਿਮਿਟਡ ਸਮੇਂ ਲਈ ਐ ਨਹੀਂ ਰੱਖ ਸਕਦੇ, ਜੇ ਗਵਰਨਰ ਨਹੀਂ ਚਾਹੁੰਦਾ ਤੇ ਇਸ ਮਾਮਲੇ ਦੇ ਵਿੱਚ ਗਵਰਨਰ ਬਾਉਂਡ ਹੈ ਕੈਬਨਿਟ ਦੇ ਡਿਸੀਜਨ ਨੂੰ ਮਤਲਬ ਅੱਗੇ ਉਹ ਕਰਨ ਦੇ ਲਈ। ਇਹ ਬਹੁਤ ਬੜੀ ਹਿਸਟੋਰੀਕਲ ਜੱਜਮੈਂਟ ਉਸ ਮਾਮਲੇ ਦੇ ਵਿੱਚ ਦਿੱਤੀ ਗਈ ਹੈ ਸੁਪਰੀਮ ਕੋਰਟ ਤੋਂ ਕਿ ਜੇ ਉਹਨਾਂ ਨੇ ਤੁਹਾਨੂੰ ਦਿੱਤਾ ਹੈ ਬਾਰ-ਬਾਰ ਉਸ ਮਾਮਲੇ ਦੇ ਵਿੱਚ ਜਿਹੜਾ ਰਾਈਟ ਹੈ 161 ਕਰ ਦਿਓ, ਗਵਰਨਰ ਹੈ, ਗਵਰਨਰ ਨੋਮੀਨਲ ਹੈ ਕੈਬਨਿਟ ਹੈ ਉਹ ਉਸ ਰੂਪ ਦੇ ਵਿੱਚ, ਤਾਂ ਇਹਨਾਂ ਨੇ ਮਤਲਬ ਉਹ ਡੀਮਡ ਕਰਕੇ ਉਹਨੂੰ ਕਹਿਤਾ ਕਿ ਠੀਕ ਹੈ ਜੀ ਛੱਡ ਦਿਓ ਤੁਸੀਂ। ਸੁਪਰੀਮ ਕੋਰਟ ਨੇ ਛਡਾਏ ਉਹ ਸਾਰੇ ਮਾਮਲੇ। ਦੂਜਾ, ਤਾਮਿਲਨਾਡੂ ਦਾ ਮਤਲਬ ਪਾਰਟੀਆਂ ਐ ਵੰਡੀਆਂ ਨਹੀਂ ਹੈ, ਉਹ 161 ਆਰਟੀਕਲ ਦੇ ਤਹਿਤ AIADMK ਨੇ ਭੇਜਿਆ ਸੀ, ਪਰ DMK ਦੀ ਸਰਕਾਰ ਹੈ ਹੁਣ, ਤੇ DMK ਵਾਲਾ ਚੀਫ ਮਿਨਿਸਟਰ ਸਟਾਲਨ ਵੀ ਉਹਦੇ ਘਰ ਜਾਂਦਾ, ਹਾਰ ਪਾ ਕੇ ਆਉਂਦਾ ਹੈ ਉਹ ਸਾਰੇ ਮਾਮਲਿਆਂ ਦੇ ਉੱਤੇ ਜਾ ਕੇ। ਔਰ ਉਹ ਟੋਟਲ ਕਮਿਊਨਿਟੀ ਜਿਹੜੀ ਤਾਮਿਲਾਂ ਦੀ ਹੈ ਉਹ ਉਹਨਾਂ ਦੇ ਨਾਲ ਖੜੀ ਦਿਖਾਈ ਦਿੱਤੀ ਸ਼ੁਰੂ ਤੋਂ ਲੈ ਕੇ ਅੰਤ ਤੱਕ। ਪਰ ਕਿਸੇ ਨੇ ਦੇਸ਼ ਧਰੋਹੀ ਜਾਂ ਲਾਗਾਵਾਦੀ ਨਹੀਂ ਕੰਟਰੀ 'ਚ ਕਿਹਾ ਕਿਸੇ ਨੇ। ਇੱਥੇ ਇੱਕ ਸਪੈਸ਼ਲ ਟ੍ਰੀਟਮੈਂਟ ਹੈ।
ਜੇ ਕੋਈ ਥੋੜਾ ਜਿਹਾ ਜਾ ਕੇ ਦੇਖੇ, ਕਹਿ ਕੇ ਦੇਖੇ ਰਾਜਵਾਨ ਦੇ ਜਾਂ ਬਾਕੀ ਕਿਸੇ ਜਿਹੜੇ ਇਹੋ ਜਿਹੇ ਮਾਮਲੇ ਹੁੰਦੇ ਨੇ, ਤਾਂ ਇੱਕ ਬਲੇਮ ਲੱਗਦਾ ਸਿੱਧਾ ਵੀ ਤੁਸੀਂ ਤਾਂ ਜੀ ਟੈਰਰਿਸਟ ਹੋ, ਤੁਸੀਂ ਅਲੱਗ ਆਬਾਦੀ ਹੋ। ਇੱਕ ਤਾਂ ਇਹ ਅਪਰੋਚ ਦੇ ਕੁਐਸਚਨ ਜ਼ਰੂਰ ਨੇ। ਕੰਟਰੀ ਕਿਵੇਂ ਦੇਖਦਾ ਵੱਖ-ਵੱਖ ਕੌਮਾਂ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ, ਇਹ ਗੱਲ ਨੂੰ ਸਵੀਕਾਰ ਕਰਨਾ ਪਏਗਾ ਕਿ ਤੁਸੀਂ ਹੋਰ ਤਰ੍ਹਾਂ ਦੇਖਦੇ ਹੋ ਉਹ ਸਾਰੇ ਮਾਮਲੇ। ਔਰ ਅੱਜ ਵੀ ਖਾਲਿਸਤਾਨ ਕਹਿਣ ਨੂੰ, ਹਾਲਾਂਕਿ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੇ ਸਾਰੀਆਂ ਨੇ ਪੀਸਫੁਲੀ, ਤੁਸੀਂ ਕੋਈ ਗੱਲ ਕਹਿ ਸਕਦੇ ਹੋ, ਕੋਈ ਗੱਲ ਨਹੀਂ। ਜਿਹੜੇ ਕਹਿੰਦੇ ਨੇ ਉਹਨਾਂ ਨੂੰ ਕੋਈ ਨਹੀਂ ਕਹਿੰਦਾ, ਜਿਹੜੇ ਵੱਡੇ ਪੱਧਰ ਤੇ ਥੋੜੀ ਬਹੁਤ ਕਹਿੰਦੇ ਨੇ, ਆਮ ਸਧਾਰਨ ਮੁੰਡਿਆਂ ਨੂੰ ਕਿਸੇ ਨੂੰ ਪੋਸਟਰ ਲਾਉਣ ਤੇ ਚੱਕ ਲਓ, ਕਿਸੇ ਨੂੰ ਬਾਕੀ ਚੱਕ ਲਓ, ਇੱਕ ਟੈਲੈਂਟ ਤਾਂ ਫਲਾਇਆ ਹੀ ਜਾ ਰਿਹਾ। ਤਾਂ ਲਾ, ਰੂਲ ਆਫ ਲਾ ਕਿੱਥੇ ਹੈ? ਲਾ ਦੇ ਮਾਮਲੇ 'ਚ ਇਕੁਐਲਿਟੀ ਕਿੱਥੇ ਹੈ? ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ ਉਸ ਮਾਮਲੇ ਦੇ ਵਿੱਚ। ਇਸ ਲਈ ਦੂਜਾ ਸਵਾਲ ਇਹ ਹੈ ਕਿ ਅਸੀਂ ਉਹ ਆਪਣੀ ਪਾਵਰ ਦਾ ਇਸਤੇਮਾਲ ਕਰਨ ਦੀ ਜ਼ਰੂਰਤ ਨਹੀਂ ਕੀਤੀ ਕਿਸੇ ਵੀ ਮਾਮਲੇ ਦੇ ਵਿੱਚ, ਉਸ ਮਾਮਲੇ 'ਚ। ਤੀਜੀ ਗੱਲ, ਜਦੋਂ ਬਾਰ-ਬਾਰ ਗਵਰਨਮੈਂਟ ਆਫ ਇੰਡੀਆ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਇੱਕ ਲਿਸਟ ਦਿੱਤੀ ਸੀ ਜਿਹਦੇ ਚ ਰਾਜੋਆਣੇ ਦਾ ਵੀ ਨਾਂ ਸੀ, ਤੁਸੀਂ ਵਿਡਰਾ ਕਿਵੇਂ ਕੀਤੀ? ਹੋਮ ਮਿਨਿਸਟਰ ਨੇ ਫਿਰ ਪਾਰਲੀਮੈਂਟ ਚ ਕਿਵੇਂ ਕੀਤਾ ਵੀ ਇਹਦੇ ਨਾਲ ਤਾਂ ਰੌਲਾ ਪੈ ਜਾਊਗਾ? ਨਹੀਂ ਜੀ, ਅਸੀਂ ਨਹੀਂ ਛੱਡਣਾ। ਤੁਹਾਡੀ ਅਪਰੋਚ ਕੀ ਹੈ? ਘੱਟੋ ਘੱਟ ਤੁਸੀਂ ਇਹਨਾਂ ਮਾਮਲਿਆਂ ਪ੍ਰਤੀ ਇੱਕ ਅਪਰੋਚ ਲੈ ਕੇ ਚੱਲਦੇ ਹੋ ਵੀ ਹਾਂ ਇਹ ਚੀਜ਼ਾਂ ਨੇ 28 ਸਾਲ। ਔਰ ਇਹਦੇ ਤੋਂ ਵੀ ਇਲਾਵਾ ਜਿਹੜੀ ਸਭ ਤੋਂ ਕਰੂਸ਼ਲ ਚੀਜ਼ ਇਹ ਹੈ ਕਿ ਲਗਭਗ 3 ਚੀਫ ਜਸਟਿਸਾਂ ਦਾ ਜਿਹੜਾ ਉਹਨਾਂ ਨੇ ਵੀ ਕਿਹਾ, ਬਾਰ-ਬਾਰ ਗਵਰਨਮੈਂਟ ਆਫ ਇੰਡੀਆ ਨੂੰ ਕਹਿੰਦੇ ਰਹੇ ਕਿ ਤੁਸੀਂ ਇਹ ਤੇ ਸਟੈਂਡ ਲਓ, ਨਹੀਂ ਤਾਂ ਅਸੀਂ ਕਰ ਦਾਂਗੇ ਕੁਝ। ਤੁਸੀਂ ਸਟੈਂਡ ਲਓ, ਨਹੀਂ ਤਾਂ ਅਸੀਂ ਕਰ ਦਾਂਗੇ ਫਿਰ ਫੈਸਲਾ। ਜੇ ਸੁਪਰੀਮ ਕੋਰਟ ਫੈਸਲਾ ਤਾਮਿਲਨਾਡੂ ਦੇ ਕੇਸ 'ਚ ਖੁਦ ਕਰ ਸਕਦੀ ਹੈ, ਤਾਂ ਇਹਦੇ 'ਚ ਦੁਬਾਰਾ ਗਵਰਨਮੈਂਟ ਦੇ ਸਾਹਮਣੇ ਕਿਉਂ ਛੱਡ ਦਿੱਤੀ ਗਈ ਇਹ ਗੱਲ ਕਿ ਨਹੀਂ, ਇਹ ਤਾਂ ਤੁਸੀਂ ਉਹ ਕਰੋ, ਜਿਵੇਂ ਮਰਜ਼ੀ ਕਰੋ ਔਰ ਜਦੋਂ ਮਰਜ਼ੀ ਕਰੋ, ਇਹ ਫੈਸਲਾ ਹੁਣ ਤੁਸੀਂ ਲੈਣਾ। ਇਹ ਟੋਟਲੀ ਹੋਮ ਮਿਨਿਸਟਰੀ ਤੇ ਗਵਰਨਮੈਂਟ ਆਫ ਇੰਡੀਆ ਦੇ ਰਹਿਮੋ ਕਰਮ ਤੇ ਚਲਾ ਗਿਆ ਮਾਮਲਾ। ਜਿਹੜਾ ਹਿਊਮਨ ਟੈਂਡੈਂਸੀ ਦੇ ਮਾਮਲੇ 'ਚ ਦੇਖਿਆ ਜਾਂਦਾ ਹੈ ਕਿ ਜਿਹਨੂੰ ਫਾਂਸੀ ਦੀ ਸਜ਼ਾ ਹੋਵੇ ਜਾਂ ਤਾਂ ਡੈਡ ਲੈਂਥ ਕਰਕੇ ਦੇ ਦਿਓ, ਨਹੀਂ ਇੰਨਾ ਲੰਮਾ ਸਮਾਂ ਉਹਨੂੰ ਰੋਜ਼-ਰੋਜ਼ ਮਰਨ ਲਈ ਰੋਜ਼-ਰੋਜ਼ ਛੱਡ ਦਿੱਤਾ ਜਾਏ ਤਾਂ ਮਨੋਵਿਗਿਆਨਕ ਤੌਰ ਤੇ ਸਮੇਂ ਦੇ ਤੌਰ ਤੇ ਅਸਰ ਕੀ ਪੈਂਦਾ ਹੈ? ਇਹਦਾ ਮਤਲਬ ਇਹ ਇਨਹਿਊਮਨ ਐਟੀਟਿਊਡ ਹੈ। ਜੇਕਰ ਉਸ ਤਰੀਕੇ ਜਾਓ ਪਾਰ ਕਰੋ, ਜੇ ਤੁਸੀਂ ਫਾਂਸੀ ਦੇਣੀ ਹੈ ਫਾਂਸੀ ਦਾ ਫੈਸਲਾ ਕਰੋ, ਨਹੀਂ ਦੇਣੀ ਹੈ ਨਹੀਂ। ਜੇ ਇੰਨਾ ਸਮਾਂ ਲਟਕਾ ਦਿੰਦੇ ਹੋ, ਇਦੋਂ ਕਈ ਕੇਸਾਂ 'ਚ ਇਦੋਂ ਪਹਿਲਾਂ ਰਿਲੈਕਸੇਸ਼ਨ ਦਿੱਤੀ ਹੈ ਸੁਪਰੀਮ ਕੋਰਟ ਨੇ ਕਿ ਜੇ ਸਰਕਾਰ ਫੈਸਲਾ ਇੰਨਾ ਲੰਬੇ ਸਮੇਂ 'ਚ ਨਹੀਂ ਕਰ ਸਕੀ ਤਾਂ ਤੁਹਾਡਾ ਕੋਈ ਨਹੀਂ ਬਣਦੀ ਇਹ ਗੱਲ। ਹੁਣ ਫਿਰ ਤਾਂ ਉਹ ਮਤਲਬ ਪਹਿਲਾਂ ਤਾਂ ਫਾਂਸੀ ਕਮਿਊਟ ਹੋ ਕੇ ਉਧਰ ਬਣ ਜਾਣੀ ਚਾਹੀਦੀ ਹੈ, ਮਤਲਬ ਲਾਈਫ ਇੰਪ੍ਰਿਜ਼ਨਮੈਂਟ 'ਚ। ਉਸ ਤੋਂ ਬਾਅਦ ਫਿਰ ਉਹ ਫੰਡਾ ਲੱਗਦਾ ਕਿ ਰਿਹਾ ਕਰ ਦਿਓ, ਬਥੇਰਾ ਸਮਾਂ ਹੋ ਗਿਆ। ਇਸ ਲਈ ਉਹ ਗੱਲ ਵੀ ਦੇਖਣੀ ਪਏਗੀ। ਉਹਦਾ ਇਹ ਪੇਚ ਬਹੁਤ ਬੜਾ ਇੱਕ ਕੁਐਸਚਨ ਪੈਦਾ ਹੁੰਦਾ ਹੈ। ਜੁਡੀਸ਼ਰੀ ਤੋਂ ਲੈ ਕੇ ਐਗਜ਼ੈਕਟਿਵ ਤੱਕ ਦਾ ਇਹ ਜਿਹੜੇ ਮਾਮਲੇ ਨੇ ਤੇ ਉਹ ਸਾਡੇ ਸਾਹਮਣੇ ਦਿਖਾਈ ਦਿੰਦੇ ਨੇ ਉਸ ਮਾਮਲੇ ਦੇ ਵਿੱਚ। ਹਾਂ, ਬਿਨਾਂ ਸ਼ੱਕ ਇਹ ਗੱਲ ਬਹੁਤ ਬੜੀ ਹੈ ਕਿ ਸਾਡੇ ਕੋਲ ਇੱਕ ਸਿੰਗਲ ਪਾਰਟੀ ਨਹੀਂ, ਪੋਲੀਟੀਕਲ ਪਾਰਟੀ ਦੇ ਤੌਰ ਤੇ ਬਚੀ ਜਿਹੜੀ ਕੰਸਿਸਟੈਂਟਲੀ ਆਪਣੇ ਪ੍ਰੋਗਰਾਮ ਤੇ ਖੜੀ ਹੋਵੇ, ਜਿਹਨੇ ਮੋਰਚਾ ਲਾਇਆ। ਸਾਰੀ ਮੂਵਮੈਂਟ ਮੋਰਚੇ ਚੋਂ ਆਈ ਸੀ, ਬਾਅਦ ਦੇ ਵਿੱਚ ਕੋਈ ਆਰਮਡ ਸਟਰਗਲ ਚ ਆ ਗਈ, ਕੋਈ ਹੈ ਤਾਂ ਐਕਚੁਅਲੀ ਤਾਂ ਜਿਹੜਾ ਧਰਮਯੁੱਧ ਮੋਰਚਾ ਲੱਗਿਆ ਉਹਦੇ ਚੋਂ ਆਈ ਹੈ ਨਾ, ਜਿਹੜੀ ਵੀ ਹੈ। ਤੁਸੀਂ ਉਹਨੂੰ ਡਿਸਓਨ ਕਰ ਦਿਓ ਇੱਕ ਲੰਮੇ ਸਮੇਂ ਦੇ ਲਈ ਕਿ ਸਾਡੀ ਤਾਂ ਹੈ ਹੀ ਨਹੀਂ, ਉਹ ਲਾਉਣ ਦੀ ਕੋਸ਼ਿਸ਼ ਕਰੋ। ਉਹ ਤੁਹਾਡੇ ਤੋਂ ਹਿਸਟੋਰੀਕਲੀ ਲੈਣਾ ਨਹੀਂ ਹੈ, ਉਹ ਲਗਾਤਾਰ ਨਾਲ ਰਹੂਗਾ ਔਰ ਤੁਹਾਡੀ ਕਮਜ਼ੋਰੀ ਨੂੰ ਸਾਬਤ ਕਰਦਾ ਰਹੂਗਾ। ਬਲਕਿ ਕਿ ਤੁਸੀਂ ਇਹ ਨਹੀਂ ਕਹਿੰਦੇ, ਹਾਂ ਇਹ ਕਹਿ ਸਕਦੇ ਹੋ ਤੁਸੀਂ ਜੇ ਕਹਿਣਾ ਹੁੰਦਾ ਕਿ ਜਿਹੜਾ ਤਰੀਕਾ ਸੀ ਉਹਦੇ ਨਾਲ ਅਸੀਂ ਸਹਿਮਤ ਨਹੀਂ ਸੀਗੇ, ਪਰ ਹੈ ਤਾਂ ਸਾਡੇ ਹੀ ਮੁੰਡੇ ਸੀ, ਹੈ ਸਾਡੇ ਹੀ ਲੋਕ ਸੀ, ਤੇ ਇਹਨਾਂ ਨਾਲ ਇਹ ਤਰੀਕਾ ਜਿਹੜਾ ਵਰਤਿਆ ਜਾ ਰਿਹਾ ਲਗਾਤਾਰ, ਇਹਨੂੰ ਹੁਣ ਕਿਉਂ ਚਾਹੀਦਾ ਕਿਸੇ ਵੀ ਮਾਮਲੇ 'ਚ। ਜਦੋਂ ਤੁਸੀਂ ਗਵਰਨਮੈਂਟ ਆਫ ਇੰਡੀਆ ਦੇ ਨਾਲ ਸੱਤਾ ਸੀ, ਉਦੋਂ ਇਹ ਪਰਸੂ ਕਰਨਾ ਸੀ ਕਿ ਇਹ ਜਿਹੜਾ ਮਾਮਲਾ ਹਜੇ ਰਿਸ ਰਿਹਾ ਬਹੁਤ ਵੱਡਾ, ਇਹਨੂੰ ਆਪਾਂ ਕਿਹੜੇ ਢੰਗ ਨਾਲ ਹੱਲ ਕਰੀਏ ਤਾਂ ਕਿ ਇੱਕ ਜਿਹੜੀ ਭਰੋਸਾ ਦੁਬਾਰਾ ਬਣੇ ਕਿ ਹਾਂ ਆਪਾਂ ਆਪਸ ਦੇ ਵਿੱਚ ਕਿਤੇ ਮਿਲ ਕੇ ਕੋਈ ਅਗਲੀ ਗੱਲ ਕਰ ਸਕਦੇ, ਅੱਗੋਂ ਪੀਸਫੁਲ ਤਰੀਕਾ ਨਾਲ ਜੋ ਮਰਜ਼ੀ ਹੁੰਦਾ ਰਹੇ। ਇਸੇ ਕਰਕੇ ਇਹਦੇ ਮਾਮਲੇ ਦੇ ਵਿੱਚ ਜਿਹੜੀ ਹਰਸਿਮਰਤ ਕੌਰ ਬਾਦਲ ਨੇ ਲੈਟਰ ਲਿਖਿਆ, ਲੈਟਰ ਕਿਸੇ ਵੀ ਸਮੇਂ ਲਿਖਿਆ, ਇਹ ਤਾਂ ਵੀ ਪੋਜ਼ਿਟਿਵ ਗੱਲ ਹੈ, ਲੈਟਰ ਲਿਖਿਆ ਜਾਣਾ। ਪਰ ਪਾਰਟੀ ਕੋਈ ਇਹੋ ਜਿਹਾ ਸਟੈਂਡ ਲਏਗੀ, ਉਹ ਜਿਹਾ ਬਾਕੀ ਲੋਕਾਂ ਨੂੰ, ਸਾਰੇ ਲੋਕ ਇਕੱਠੇ ਹੋਣਗੇ ਇਸ ਮਾਮਲੇ ਤੇ, ਜਿਵੇਂ ਤਾਮਿਲਨਾਡੂ ਦੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਨੇ। ਸਾਡੇ ਤਾਂ ਇੱਕ ਦੂਜੇ ਤੋਂ ਅਸੀਂ ਨੰਬਰ ਲੈਣ ਦੀ ਗੇਮ ਤਾਂ ਨਹੀਂ ਕਿਤੇ ਉਹਨੇ ਤੱਕ ਹੀ ਸੀਮਤ ਆ ਅਸੀਂ ਆਪਸ ਦੇ ਵਿੱਚ। ਕੁਝ ਬਹੁਤ ਬੜੇ ਮੁੱਦੇ ਹੁੰਦੇ ਨੇ ਜਿਹਦੇ ਚ ਨੰਬਰ ਗੇਮ ਨਹੀਂ ਚੱਲਦੀ, ਜਿਹੜੇ ਸੀਰੀਅਸਨੈਸ ਮੰਗਦੇ ਨੇ ਤੁਹਾਡੇ ਤੋਂ, ਉਹ ਸੀਰੀਅਸਨੈਸ ਦਿਖਾਈ ਨਹੀਂ ਦਿੰਦੀ ਹਜੇ ਫਿਲਹਾਲ ਇਸ ਸਾਰੇ ਪੈਟਰਨ ਦੇ ਵਿੱਚ। ਨਹੀਂ, ਤੁਹਾਡਾ ਸਵਾਲ ਤਾਂ ਬਿਲਕੁਲ ਜਾਇਜ਼ ਹੈ ਕਿ ਜੇਕਰ ਫਾਂਸੀ ਦੀ ਸਜ਼ਾ ਖਤਮ ਹੁੰਦੀ ਹੈ ਤਾਂ ਕੁਦਰਤੀ ਆ ਉਹ ਉਮਰ ਕੈਦ 'ਚ ਜਾਂਦੀ ਹੈ, ਤੇ ਜੇ ਉਮਰ ਕੈਦ ਨੂੰ ਕੰਸੀਡਰ ਕੀਤਾ ਜਾਊਗਾ ਤੇ 28 ਸਾਲ ਤੱਕ ਕਿਸੇ ਵੀ ਤਰੀਕੇ ਨਾਲ ਉਮਰ ਕੈਦ ਨਾਲੋਂ ਡਬਲ ਕਰਕੇ ਵੀ ਜ਼ਿਆਦਾ ਜੇ 14 ਸਾਲ ਦੀ ਗੱਲ ਹੋਵੇ। ਸੋ ਇਹ ਫੈਸਲਾ ਵੈਸੇ ਮੈਂ ਇੱਕ ਲਾਈਨ ਇਹਦੇ ਵਿੱਚ ਜੋੜਨਾ ਚਾਹੁੰਦਾ ਕਿ ਖਾਲਸਾ ਜਾਂ ਸਿੱਖ ਫਿਲਾਸਫੀ ਜਿਹੜੀ ਹੈ, ਜਿਹੜੀ ਹਿਊਮਨਟੇਰੀਅਨ ਫਿਲਾਸਫੀ ਹੈ, ਜਦੋਂ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਇੱਕ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਹੋਈ,
ਜਦੋਂ ਦੁਨੀਆ ਦਾ ਲਗਭਗ 150 ਦੇਸ਼ ਫਾਂਸੀ ਦੀ ਸਜ਼ਾ ਖਤਮ ਕਰ ਚੁੱਕੇ ਆ, ਸਾਰਾ ਯੂਰਪ, ਬਾਕੀ ਦੇ ਲੋਕ, ਔਰ ਤਾਂ ਅਸੀਂ ਬੇਸਿਕ ਸਟੈਂਡ ਕਿਉਂ ਨਹੀਂ ਲੈਂਦੇ, ਜੇ ਮੂਵਮੈਂਟ ਕਿਉਂ ਨਹੀਂ ਚਲਾਉਂਦੇ ਇੱਥੋਂ ਸਿੱਖ ਫਿਲਾਸਫੀ ਦੇ ਮੁਤਾਬਕ ਫਾਂਸੀ ਦੀ ਸਜ਼ਾ ਜਨਰਲੀ ਖਤਮ ਹੋਣੀ ਚਾਹੀਦੀ ਹੈ। ਇਹ ਦੌਰ ਨਹੀਂ ਰਿਹਾ ਅੱਜ ਦਾ ਕਿ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਵੱਖ-ਵੱਖ ਮਾਮਲਿਆਂ ਦੇ ਵਿੱਚ। ਜਿਹੜਾ ਸਭ ਤੋਂ ਬੜੀ ਡੈਮੋਕ੍ਰੇਸੀ ਦੁਨੀਆ ਦੀ ਕਹਾਉਂਦੀ ਹੈ ਤਾਂ ਫਾਂਸੀ ਦੀ ਸਜ਼ਾ ਉਹਨੇ ਰੱਖੀ ਕਿਉਂ ਹੋਈ? ਮੈਂ ਇੱਕ ਐਡੀਸ਼ਨ ਹੋਰ ਕਰ ਦਿਆਂ ਜੀ। ਕੱਲ ਕੇਂਦਰ ਸਰਕਾਰ ਨੇ ਬਹੁਤ ਇੰਟਰਸਟਿੰਗ ਸਟੈਂਡ ਲਿਆ ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਮਾਮਲੇ ਦੇ, ਬਿਲਕਿਸ ਬਾਨੋ ਦਾ ਕੇਸ ਹੈ। ਉਹਦੇ ਵਿੱਚ ਸੈਂਟਰ ਨੇ ਕਿਹਾ ਕਿ ਜਿਹੜੇ 12 ਗੈਂਗ ਰੇਪਿਸਟ ਛੱਡੇ ਗਏ ਗੁਜਰਾਤ ਦੇ ਵਿੱਚ, ਉਹ ਕਹਿੰਦੇ ਵੀ ਰੇਅਰੈਸਟ ਆਫ ਦੇ ਰੇਅਰ ਕ੍ਰਾਈਮ ਨਹੀਂ ਹੈ। ਜਿਹੜਾ ਗੈਂਗ ਰੇਪ ਹੋਵੇ, ਬਿਲਕਿਸ ਬਾਨੋ ਦੀ 3 ਸਾਲ ਦੀ ਬੱਚੀ ਦਾ ਕਤਲ ਕੀਤਾ ਗਿਆ ਹੋਵੇ, ਬਿਲਕਿਸ ਬਾਨੋ 5 ਮਹੀਨੇ ਦੀ ਪ੍ਰੈਗਨੈਂਟ ਸੀਗੀ, ਜੇ ਇਹ ਵੀ ਰੇਅਰੈਸਟ ਆਫ ਦੀ ਰੇਅਰ ਕੇਸ ਨਹੀਂ ਹੈ ਤੇ ਫਿਰ ਇਹ ਰੇਅਰੈਸਟ ਆਫ ਦੀ ਰੇਅਰ ਕੇਸ ਹੈ ਕੀ? ਉਹਦੇ ਸਾਹਮਣੇ ਤਾਂ ਜਿਹੜਾ ਆਪਣੇ ਭਾਈ ਰਾਜੋਆਣਾ ਦਾ ਕੇਸ ਹੈ, ਇਹ ਤਾਂ ਉੱਥੇ ਸਟੈਂਡ ਨਹੀਂ ਕਰਦਾ। ਇਹ ਤਾਂ ਉਹਦੇ ਨਾਲੋਂ ਛੋਟਾ ਕੇਸ ਹੈ, ਸਿਆਸੀ ਕੇਸ ਹੈ। ਉਹ ਤਾਂ ਬਿਲਕੁਲ ਇੱਕ ਇਨਹਿਊਮਨ ਐਕਸ਼ਨ ਸੀ। ਜੇ ਉਹ ਵੀ ਸਰਕਾਰ ਉਹਨਾਂ ਨੂੰ 12 ਸਾਲ ਦੀ ਸਜ਼ਾ ਤੋਂ ਬਾਅਦ ਛੱਡ ਦਿੰਦੀ ਹੈ ਜੀ, ਤੇ ਇੱਥੇ ਇਹ ਸਾਰੇ ਬੰਦੀ ਸਿੰਘ ਅੰਦਰ ਕਿਉਂ ਰੱਖੇ ਹੋਏ ਜੀ। ਔਰ ਇਹ ਕੱਲ ਹਾਈ ਕੋਰਟ ਦੇ ਵਿੱਚ ਵੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਮਲਾ ਦਵਿੰਦਰਪਾਲ ਸਿੰਘ ਭੁੱਲਰ ਦਾ ਵੀ ਆਇਆ ਸੀ, ਜਿਹਦੇ ਵਿੱਚ ਉਹਨਾਂ ਨੇ ਜਿਹੜਾ ਦਿੱਲੀ ਗਵਰਨਮੈਂਟ ਨੇ 4 ਹਫ਼ਤਿਆਂ ਦਾ ਸਮਾਂ ਮੰਗਿਆ। 4 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਆਪਣੀ ਰਿਪੋਰਟ ਦੇਣੀ ਹੈ। ਇਹ ਵੀ ਸਵਾਲ ਕਾਫੀ ਵੱਡਾ ਹੈ। ਵੈਸੇ ਸਰਦਾਰ ਹਰਮੀਤ ਸਿੰਘ ਜੀ, ਆਖਰ ਦੇ ਵਿੱਚ ਸੰਖੇਪ 'ਚ ਹੀ ਰੱਖਾਂਗੇ ਇਹਨੂੰ, ਸੁਖਬੀਰ ਸਿੰਘ ਬਾਦਲ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ। ਉਹ ਕਿਹੜੇ ਸਵਾਲ ਨੇ ਜਿਹੜੇ ਉਹ ਖਾਲੀ ਛੱਡ ਗਏ? ਵੈਸੇ ਜੋ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ ਕਿ ਕਿਉਂ ਨਹੀਂ ਕੋਈ ਮੂਵਮੈਂਟ ਚਲਾਈ ਜਾਂਦੀ, ਤਾਂ ਮੇਰੇ ਧਿਆਨ 'ਚ ਇਹ ਆ ਰਿਹਾ ਸੀਗਾ ਕਿ ਕਿਹਦੀ ਅਗਵਾਈ 'ਚ, ਕੌਣ ਆ ਸਿੱਖਾਂ ਦਾ ਪ੍ਰਵਾਨਿਤ ਆਗੂ? ਸ਼੍ਰੋਮਣੀ ਕਮੇਟੀ ਨੇ 25 ਲੱਖ ਲੋਕਾਂ ਦੇ ਸਾਈਨ ਕਰਵਾਉਣੇ ਸੀ, ਸ਼ਾਇਦ ਉਹਨਾਂ ਦੀ ਮੁਹਿੰਮ ਲਗਭਗ ਸਿਰੇ ਵੀ ਚੜੀ ਹੋਈ ਆ, ਉਹਨਾਂ ਨੇ ਦਸਤਖਤ ਕਰਾਏ ਵੀ ਨੇ ਬੰਦੀ ਸਿੱਖਾਂ ਦੇ ਮਾਮਲੇ 'ਚ। ਪਰ ਹੁਣ ਸਵਾਲ ਇਸ ਗੱਲ ਦਾ ਹੈ ਕਿ ਕਿਸ ਲੀਡਰ ਦੀ ਆਵਾਜ਼ ਦੇ ਉੱਤੇ ਲੋਕ ਸਮਰਥਨ ਦੇਣ ਲਈ ਜਾਂ ਅੱਖਾਂ ਬੰਦ ਕਰਕੇ ਪਿੱਛੇ ਚੱਲਣ ਲਈ ਤਿਆਰ ਨੇ। ਇਸ ਸੰਕਟ ਨੂੰ ਵੀ ਸੁਲਝਾਇਆ ਜਾਣਾ। ਉਂਝ ਸੁਖਬੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰ ਰਹੇ ਸੀ ਤੇ ਤੁਸੀਂ ਦੱਸ ਰਹੇ ਸੀ ਕੁਝ ਅਰਥ ਤੁਹਾਨੂੰ ਲੱਗੇ ਨੇ ਇਹਦੇ, ਸਾਡੇ ਨਾਲ ਵੀ ਉਹ ਸਾਂਝੇ ਕਰ ਦਿਓ, ਸਾਡੀ ਜਾਣਕਾਰੀ 'ਚ ਇਜ਼ਾਫਾ ਹੋ ਜਾਊਗਾ। ਸੁਖਬੀਰ ਸਿੰਘ ਬਾਦਲ ਨੇ ਅੱਜ ਬਹੁਤ ਜ਼ੋਰ ਦਿੱਤਾ, ਖਾਸ ਤੌਰ ਤੇ ਜਿਹੜਾ ਮਾਮਲਾ ਉਹ ਪਾਣੀਆਂ ਦੇ ਮਾਮਲੇ ਤੇ। ਹੜ੍ਹਾਂ ਤੋਂ ਸਟਾਰਟ ਹੋਏ ਸੀ ਤੇ ਉੱਥੇ ਆ ਗਏ, ਮਤਲਬ ਹੜ੍ਹਾਂ ਤੋਂ ਕਿਹਾ ਵੀ ਦੇਖੋ ਜੀ ਸਾਡਾ ਨੁਕਸਾਨ ਕੀਤਾ, ਹੁਣ ਤਾਂ ਸਭ ਨੂੰ ਪਤਾ ਲੱਗ ਗਿਆ ਹੋਣਾ ਵੀ ਪਾਣੀ ਸਾਡਾ ਹੈ। ਰਾਜਸਥਾਨ ਅੱਧੇ ਤੋਂ ਵੱਧ ਪਾਣੀ ਲੈ ਰਿਹਾ, ਜਿਨ੍ਹਾਂ ਨੂੰ ਨਹੀਂ ਹੈ ਮੈਂ ਦੱਸ ਵੀ ਦਿੰਦਾ, ਕਹਿੰਦੇ ਵੀ ਉਹ ਗੱਲ ਤੇ। ਪਰ ਨਾਲ ਉਹਨਾਂ ਨੇ ਜਿਹੜਾ ਦੁਹਰਾਇਆ, 2 ਨਹੀਂ 3 ਵਾਰ ਦਰੜਾਇਆ, ਜੇ ਅਕਾਲੀ ਦਲ ਦੀ ਸਰਕਾਰ ਅੱਗੋਂ ਆਉਂਦੀ ਹੈ ਤਾਂ ਸਾਰੇ ਪੁਰਾਣੇ ਸਮਝੌਤੇ ਅਸੀਂ ਰੱਦ ਕਰਾਂਗੇ ਜਿਹੜੇ ਬਾਕੀ ਬਚਦੇ ਨੇ। ਹੁਣ ਸਵਾਲ ਕੇਵਲ ਇਹ ਹੁੰਦਾ ਕਿ ਠੀਕ ਹੈ ਜੀ, ਅੱਧਿਆਂ ਨੂੰ ਤਾਂ ਇਹ ਹੁੰਦਾ, ਹਾਲਾਂਕਿ ਉਹ ਕਾਨੂੰਨ ਕਹਿੰਦੇ ਰਿਪੇਰੀਅਨ ਕਾਨੂੰਨ ਹੈ, ਅਜੇ ਤੱਕ ਮੈਨੂੰ ਲੱਗਦਾ ਸਾਡੇ ਪੋਲੀਟੀਸ਼ੀਅਨ ਸ਼ਬਦਾਵਲੀ ਵੀ ਪ੍ਰੋਪਰ ਨਹੀਂ, ਮਤਲਬ ਸੀਰੀਅਸਨੈਸ ਇੱਥੋਂ ਵੀ ਨਜ਼ਰ ਆਉਂਦੀ ਹੁੰਦੀ ਹੈ ਕਿ ਤੁਸੀਂ ਕਿਹੜੀ ਗੱਲ ਨੂੰ ਕੀ ਕਹਿੰਦੇ ਹੋ। ਉਹ ਰਿਪੇਰੀਅਨ ਪ੍ਰਿੰਸੀਪਲ ਹੈ ਜਿਹਦੇ ਨਾਲ ਬਾਕੀ ਦੀਆਂ ਚੀਜ਼ਾਂ ਕਰਦੇ ਹੋ, ਕਾਨੂੰਨ ਅਜੇ ਸਾਡੇ ਕੋਲ ਇਹੋ ਜਿਹਾ ਕੋਈ ਉਸ ਪੱਧਰ ਦੇ ਉੱਤੇ ਨਹੀਂ ਹੈ। ਦੂਜੀ ਗੱਲ, ਜਿਹੜੇ ਸਮਝੌਤੇ ਸੀ ਰੱਦ ਕਰਨੇ 2012 ਜੁਲਾਈ 2004 ਨੂੰ ਪੰਜਾਬ ਦੀ ਵਿਧਾਨ ਸਭਾ ਨੇ ਰੱਦ ਕਰਤੇ ਸੀ, ਅਕਾਲੀ ਦਲ ਵੀ ਨਾਲ ਗਿਆ ਤੇ ਬਾਕੀ ਵੀ ਗਏ। ਰੌਲਾ ਕੀ ਸੀ? ਰੌਲਾ ਇਹ ਸੀ ਕਿ ਉਦੋਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਪੁੱਛਿਆ ਗਿਆ ਸੀ ਕੁਝ ਪੱਤਰਕਾਰਾਂ ਵੱਲੋਂ ਕਿ ਉਹ ਜਿਹੜਾ ਐਕਟ ਸੀ ਟਰਮੀਨੇਸ਼ਨ ਆਫ ਵਾਟਰ ਐਕਟ ਦਾ, ਜਿਹੜਾ ਐਗਰੀਮੈਂਟਸ ਦਾ, ਉਹਦੇ ਚ ਕਲਾਜ਼ 5 ਹੈ, ਧਾਰਾ 5। ਉਹ 5 ਧਾਰਾ ਦੇ ਵਿੱਚ ਲਿਖਿਆ ਗਿਆ ਕਿ ਜੋ ਪਾਣੀ ਜਾਂਦਾ ਵੱਖ-ਵੱਖ ਰਾਜਾਂ ਨੂੰ ਉਹ ਜਾਂਦਾ ਰਹੂਗਾ। ਫਿਰ ਇਹਦੀ ਕੀ ਤੁਕ ਹੈ ਕਿ ਤੁਸੀਂ ਨਵਾਂ ਉਹ ਕਰੋਗੇ? ਤੇ ਇਹਦੇ ਵਿੱਚ ਫਿਰ ਅਕਾਲੀ ਦਲ ਨੇ ਕਿਹਾ ਸੀ 2007 ਦੇ ਆਪਣੇ ਮੈਨੀਫੈਸਟੋ ਦੇ ਵਿੱਚ ਕਿ ਅਸੀਂ ਇਹ ਸੈਕਸ਼ਨ 5 ਰਿਮੂਵ ਕਰਾਂਗੇ ਜਦੋਂ ਅਸੀਂ ਆ ਗਏ। ਉਦੋਂ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ, ਉਹਨਾਂ 10 ਸਾਲਾਂ ਚ ਵਰਚੁਅਲ ਚੀਫ ਮਿਨਿਸਟਰ ਸੀ ਇੱਕ ਟਾਈਪ ਦੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਸੀਗੇ, ਪਰ ਪਾਵਰ ਇਹਨਾਂ ਕੋਲੋਂ ਕਾਫੀ ਰਹੀ ਹੈ 2007 ਤੋਂ ਲੈ ਕੇ 2017 ਤੱਕ ਜਿਹੜੇ ਫੈਸਲੇ ਕਰਦੇ ਸੀ। ਤਾਂ ਉਸ ਸਮੇਂ ਬਾਰ-ਬਾਰ ਇਹ ਕੁਐਸਚਨ ਹੋਇਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਬੀਂਗ ਚੀਫ ਮਿਨਿਸਟਰ ਕਿ ਉਹ 5 ਧਾਰਾ ਦਾ ਕੀ ਕਰ ਰਹੇ ਹੋ ਜੀ? ਅਸੀਂ ਲੀਗਲੀ ਐਗਜ਼ਾਮਨ ਕਰਾ ਰਹੇ ਹਾਂ, ਅਸੀਂ ਬਾਕੀ ਚੀਜ਼ਾਂ ਦੱਸ ਰਹੇ ਹਾਂ, ਹਜੇ ਠੀਕ ਨਹੀਂ ਹੈ ਇਹ, ਅਜੇ ਇੱਧਰ ਉੱਧਰ ਹੈ। 2012 ਵਾਲੇ 'ਚੋਂ ਵੀ ਨਿਕਲ ਗਿਆ ਵੀ ਇਹ ਵੀ ਅਸੀਂ ਕਰਾਂਗੇ, ਤੇ ਹੁਣ ਦੁਬਾਰਾ ਪਾ ਕੇ ਕੀ ਹੋਊਗਾ? ਉਦੋਂ ਪਹਿਲਾਂ ਇਹ ਤਾਂ ਦੱਸਣ ਕਿ ਉਹ ਜਿਹੜਾ ਪਹਿਲਾ ਮੈਨੀਫੈਸਟੋ 2007 ਵਾਲੇ 'ਚ ਸੀ ਉੱਥੇ ਕੁਝ ਨਹੀਂ ਸੀ ਕਰਨਾ, ਤੁਸੀਂ ਸਮਝੌਤੇ ਰੱਦ ਕਰਨੇ, ਤੁਸੀਂ ਕੇਵਲ ਉਹ ਕਲਾਜ਼ 5 ਅਮੈਂਡ ਕਰਨੀ ਸੀ ਜਿਹੜੀ ਬਾਕੀ ਦਾ ਮਾਮਲਾ ਸੀਗਾ ਉਸ ਪੱਧਰ ਦੇ ਉੱਤੇ। ਇਸ ਕਰਕੇ ਬਾਅਦ ਦੇ ਵਿੱਚ ਜਦੋਂ ਸਵਾਲ ਪੁੱਛਿਆ ਕਿਸੇ ਨੇ ਕਿ ਤੁਸੀਂ ਪਹਿਲਾਂ ਇਹ ਨਹੀਂ ਕੀਤਾ ਫਲਾਣਾ,
ਡਾਕਟਰ ਚੀਮਾ ਨੇ ਥੋੜੀ ਜੀ ਕੰਨ 'ਚ ਗੱਲ ਕੀਤੀ ਵੀ ਆਪਾਂ ਤਾਂ ਜੀ ਉਹ ਜ਼ਮੀਨ ਵੀ ਵਾਪਸ ਕਰਤੀ ਸੀ SYL ਦੀ, ਜਦੋਂ ਬਹੁਤ ਰੌਲੇ ਪਏ ਅੱਗੇ ਤੋਂ ਅੱਗੇ ਜਾ ਕੇ ਨਾ ਵੀ ਉਹ ਜ਼ਮੀਨ ਉਹਨਾਂ ਦੇ ਨਾਂ ਕਰ ਦੋ ਰੌਲਾ ਰੌਲਾ ਪਵਾਉਣ ਦੇ ਲਈ, ਸਾਰਾ ਉਹ ਸੁਪਰੀਮ ਕੋਰਟ 'ਚ ਸਟੇ ਹੋ ਗਿਆ, ਬਾਕੀ ਚੱਲ ਰਿਹਾ। ਇਹ ਹੁੰਦਾ ਟਾਈਮ ਲਗਾਉਣਾ, ਇਹਦੇ 'ਚ ਕੋਈ ਸਟ੍ਰੈਟਜੀਕਲ ਅਪਰੋਚ ਨਹੀਂ ਹੁੰਦੀ ਉਸ ਮਾਮਲੇ 'ਚ। ਅਕਾਲੀ ਦਲ ਆਪਣਾ ਪਿਛੋਕੜ 'ਚ ਲਿਆ ਪਾਣੀਆਂ ਦੇ ਬਾਰੇ ਲਗਾਤਾਰ ਫੈਸਲਾ, ਬਿਨਾਂ ਸ਼ੱਕ ਅਕਾਲੀ ਦਲ ਨੇ ਜਦੋਜਹਿਦ ਵੀ ਬਹੁਤ ਕੀਤੀ ਹੈ ਇਸ ਮਾਮਲੇ 'ਚ, ਪਰ ਨਾਲ ਨਾਲ ਜਿਉਂ-ਜਿਉਂ ਮੌਕੇ ਆਉਂਦੇ ਰਹੇ ਤਾਂ ਉਹਦੇ 'ਚ ਕਮਜ਼ੋਰੀਆਂ ਵੀ ਬਹੁਤ ਦਿਖਾਈ ਦਿੰਦੀਆਂ ਨੇ ਉਹ ਸਾਰੇ ਮਾਮਲੇ ਦੇ ਵਿੱਚ ਲਗਾਤਾਰ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਣ ਦਾ ਸਵਾਲ ਹੈ। ਤੁਸੀਂ ਕਹੋਗੇ ਤਾਂ ਲੋਕ ਯਕੀਨ ਕਿਵੇਂ ਕਰਨਗੇ? ਯਕੀਨ ਉਦੋਂ ਕਰਨਗੇ ਪੁਰਾਣੀਆਂ ਗੱਲਾਂ ਪਹਿਲਾਂ ਲੋਕਾਂ ਸਾਹਮਣੇ ਰੱਖੋਗੇ, ਭਾਈ ਸਾਹਿਬ ਇੱਥੇ ਤਾਂ ਅਸੀਂ ਗਲਤੀ ਕੀਤੀ ਸੀ ਪਰ ਅੱਗੇ ਤੋਂ ਅਸੀਂ ਇਹ ਗਲਤੀ ਸੁਧਾਰਨਾ ਚਾਹੁੰਦੇ ਹਾਂ। ਕੀ ਤੁਸੀਂ ਬੰਦ ਕਰ ਵੀ ਸਕਦੇ ਹੋ? ਕੀ ਇਹ ਸਮਝੌਤੇ ਹੋਰ ਕੋਈ ਲਾ ਹੈ ਤੁਹਾਡੇ 'ਚ, ਕਿਵੇਂ ਰੱਦ ਕਰ ਦੋਗੇ? ਜੇ 2004 ਵਾਲਾ ਨਹੀਂ ਉਸ ਲੈਵਲ ਦੀ ਗੱਲ ਹੋਈ ਤਾਂ ਕਿਵੇਂ ਕਰੋਗੇ? ਇਹ ਸਾਰੇ ਡਿਬੇਟ ਦੇ ਕੁਐਸਚਨ ਨੇ। ਉਹੀ ਲੋਕਾਂ ਨੂੰ ਕਹਿਣਾ ਅਸੀਂ ਐਂ ਕਰ ਦਾਂਗੇ, ਉਹਦੇ ਨਾਲ ਗੱਲ ਨਹੀਂ ਚੱਲਣੀ, ਬਹੁਤ ਹੋ ਗਿਆ ਇੰਨਾ ਤਾਂ ਪੁਰਾਣੀਆਂ ਗੱਲਾਂ ਨਾਲ ਤਾਂ ਜੀ। ਸਰਦਾਰ ਜਗਤਾਰ ਸਿੰਘ ਜੀ, ਆਫਿਸ ਆਫ SS ਬਾਦਲ @ of SS ਬਾਦਲ, ਸੁਖਬੀਰ ਸਿੰਘ ਬਾਦਲ ਦਾ ਅਧਿਕਾਰਤ ਟਵਿੱਟਰ ਹੈਂਡਲ ਆ, ਤੇ ਉਹਦੇ ਉੱਤੇ ਹੁਣੇ ਹੀ ਇਹ ਪ੍ਰਕਾਸ਼ਿਤ ਵੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ on coming to power in 2027 will terminate all water sharing agreements of Punjab signed by any government at any point of time with any state। ਮਤਲਬ ਉਹਨਾਂ ਨੇ ਅਧਿਕਾਰਤ ਤੌਰ ਤੇ ਇਹਦੀ ਅਨਾਉਂਸਮੈਂਟ ਕਰਤੀ ਆ ਹੁਣ ਕਿ ਅਸੀਂ ਇੰਜ ਕਰਨ ਜਾ ਰਹੇ ਹਾਂ। ਇਹਦੇ ਉੱਤੇ ਇੱਕ ਟਿੱਪ ਮੈਨੂੰ ਨਾ ਬੜੀ ਹਾਸੀ ਦੀ ਗੱਲ ਲੱਗਦੀ ਹੈ ਕਿ ਜਿਹੜਾ ਕੰਮ ਆਲਰੇਡੀ ਹੋ ਚੁੱਕਿਆ ਜੀ 2004 ਦੇ ਵਿੱਚ, ਤੇ ਹਮੀਰ ਹੋਰਾਂ ਨੇ ਡਿਟੇਲ ਦੱਸਤੀ ਸਾਰੀ, ਇਹ ਤਾਂ ਸੈਕਸ਼ਨ 5 ਵੀ ਉਹਦਾ ਵਿਡਰਾ ਨਹੀਂ ਕਰ ਸਕੇ। ਜਿਹੜੇ ਆਲਰੇਡੀ ਹੋਏ ਵੀ ਹੈ ਜ਼ਮੀਨ ਡੀ ਨੋਟੀਫਾਈ ਹੋਈ ਵੀ SYL ਦੀ, ਲੋਕਾਂ ਨੂੰ ਵਾਪਸ ਦੇਤੀ, ਫਿਰ ਸੁਪਰੀਮ ਕੋਰਟ ਨੇ ਇੰਟਰਵੀਨ ਕੀਤਾ, ਸਾਰਾ ਕੁਝ ਹੋਇਆ। ਮੈਂ 2 ਮਿੰਟ ਦੇ ਵਿੱਚ ਤੁਹਾਨੂੰ ਪਾਣੀ ਦੇ ਬੈਕਗਰਾਉਂਡ ਸਮਝਾ ਦੂੰਗਾ। ਦੱਸੋ। ਜਿਹੜਾ ਡਿਸਪਿਊਟ ਹੈ 2 ਡਾਇਮੈਂਸ਼ਨਸ ਹੈਗੀਆਂ, ਇੱਕ ਤਾਂ 1966 ਤੱਕ ਦਾ ਤੇ ਇੱਕ ਦੂਸਰਾ 1966 ਤੋਂ ਬਾਅਦ ਦਾ। 66 ਤੋਂ ਬਾਅਦ ਦਾ ਸਿਰਫ SYL ਹੈ। ਜਿਹੜੀ ਡਿਸਟ੍ਰੀਬਿਊਸ਼ਨ ਅਪੋਰਸ਼ਨਮੈਂਟ 1955 ਚ ਹੁੰਦੀ ਹੈ, ਉਹਦੀ ਬੈਕਗਰਾਉਂਡ ਡਿਫਰੈਂਟ ਹੈਗੀ ਹੈ, ਔਰ ਰਾਜਸਥਾਨ ਨੂੰ ਸਿਰਫ ਇੱਕ ਰਿਆਰ ਨਹੀਂ ਜਾ ਰਹੀ, 3 ਜਾ ਰਹੀਆਂ। ਇੱਕ ਤਾਂ 1955 ਦੀ ਐਗਰੀਮੈਂਟ ਜਾ ਰਹੀ ਹੈ, ਇੱਕ 1926 ਦੀ ਜਾ ਰਹੀ ਹੈ, ਇੱਕ ਭਾਖੜਾ ਦੀ ਬ੍ਰਾਂਚ ਜਾਂਦੀ ਹੈ 1952 ਦੀ। ਇਹ ਸਿਰਫ ਐਂ ਸ਼ੋ ਕਰਦੇ ਆ ਕਿ ਸਿਰਫ ਰਾਜਸਥਾਨ ਜਿਹੜੀ ਫੀਡਰ ਹੈ ਉਹ 'ਚੋਂ ਪਾਣੀ ਜਾ ਰਿਹਾ ਹੈ, 2 ਨਹਿਰਾਂ ਹੋਰ ਜਾ ਰਹੀ ਹੈ ਔਰ ਬਹੁਤ ਪੁਰਾਣੀਆਂ ਜਾਂਦੀਆਂ। ਤਾਂ ਮੈਂ ਕਿਹਾ ਵੀ ਇੱਥੇ ਜਿਹੜਾ ਮੇਨ ਡਿਸਪਿਊਟ ਹੈ ਉਹ ਸਾਡਾ SYL ਦਾ ਸੀਗਾ, ਔਰ SYL ਕੈਨਾਲ ਬਾਈ ਦੀ ਵੇ ਇਹਦੀ ਜ਼ਮੀਨ 78 ਦੇ ਵਿੱਚ ਪਹਿਲੀ ਨੋਟੀਫਿਕੇਸ਼ਨ ਜ਼ਮੀਨ ਅਕਵਾਇਰ ਕਰਨ ਦੀ ਅਕਾਲੀ ਸਰਕਾਰ ਦੇ ਵੇਲੇ, ਇਹ ਆਲਮੋਸਟ 70-80% ਇਹ ਤੇ ਨਹਿਰ ਤੇ ਕੰਮ ਅਕਾਲੀ ਸਰਕਾਰਾਂ ਵੇਲੇ ਹੋਇਆ। ਜੇ ਰੁਕਿਆ ਆ ਕੇ ਤੇ ਬਲਵਿੰਦਰ ਜਟਾਣਾ ਨੇ ਜਦੋਂ ਐਕਸ਼ਨ ਕੀਤਾ, ਆਪਾਂ ਵਾਇਲੈਂਸ ਦੇ ਖਿਲਾਫ ਹੈਗੇ ਤੇ ਉਹਦੇ ਨਾਲ ਇਹ ਰੁਕਿਆ ਸੀਗਾ। ਸੋ ਉਹ ਜਿਹੜਾ ਰੋਲ ਹੈ ਅਕਾਲੀ ਦਲ ਦਾ ਲਗਾਤਾਰ, ਉਹ ਪਹਿਲਾਂ ਸਟੱਡੀ ਦਾ ਕਰ ਲਓ ਭਾਈ, ਤੁਹਾਡੇ ਡਾਕੂਮੈਂਟਸ ਆਪਣੇ ਕੀ ਕਹਿੰਦੇ ਆ, ਤੁਹਾਡੀ ਪ੍ਰੈਕਟਿਸ ਕੀ ਸੀ ਤੇ ਤੁਸੀਂ ਨਾਅਰਾਬਾਜ਼ੀ ਕੀ ਕਰਦੇ ਰਹੇ। ਇਹ ਠੀਕ ਹੈ ਮੋਰਚਾ ਲਾਇਆ ਇਹਨਾਂ ਨੇ 8 ਅਪ੍ਰੈਲ 1982 ਨੂੰ ਪੂਰੀ ਮੋਰਚਾ ਲਾਇਆ, ਜਿਸ ਦਿਨ ਮਿਸੇਸ ਗਾਂਧੀ ਨੇ ਇਹਦੀ ਨੀਂਹ ਰੱਖੀ SYL ਕੈਨਾਲ ਦੀ। ਸੋ ਕਲੀਅਰ ਉਹ ਡਿਸਪਿਊਟ ਸਾਰੇ ਪਾਣੀ ਦਾ ਹੈ ਜੀ, ਤੇ ਜਾਂ ਸਿਰਫ SYL ਦਾ ਡਿਸਪਿਊਟ ਹੈਗਾ। ਸੋ ਇਹ ਕਹਿਣਾ ਕਿ ਮੈਂ ਦੱਸ ਰਿਹਾ ਕਿ ਪਾਣੀ, ਇਹ ਤਾਂ ਕੇਸ ਹੀ ਨਹੀਂ ਬਣਾ ਸਕੇ, ਇਹ ਹਿੰਦੁਸਤਾਨ ਨੂੰ ਇਹ ਨਹੀਂ ਦੱਸ ਸਕੇ ਕਿ ਪੰਜਾਬ ਦੇ ਦਰਿਆਵਾਂ ਦਾ 70% ਪਾਣੀ ਬਾਹਰ ਦੀਆਂ ਸਟੇਟਸ ਨੂੰ ਜਾ ਰਿਹਾ। ਹਿੰਦੁਸਤਾਨ 'ਚ ਹੋਰ ਕੋਈ ਐਗਜ਼ਾਮਪਲ ਨਹੀਂ ਮਿਲਦੀ। ਔਰ ਜਿਹੜਾ ਸੂਬਾ ਮੁਲਕ ਦਾ ਪੇਟ ਭਰਦਾ ਸੀਗਾ, ਉਹਦੀ ਉਸ ਸਟੇਟ ਦੇ ਵਿੱਚ ਜਿਹੜੀ ਇਰੀਗੇਸ਼ਨ ਹੈ ਸਿਰਫ 30% ਉਹਨਾਂ ਨਹਿਰਾਂ, 30 ਤੋਂ ਘੱਟ ਸੀਗੀ, 30 ਤੋਂ ਘੱਟ ਪਰ ਇਰੀਗੇਸ਼ਨ ਨਹਿਰਾਂ ਤੋਂ ਹੁੰਦੀ ਸੀ, ਬਾਕੀ ਟਿਊਬਵੈਲ ਤੋਂ ਹੁੰਦੇ ਸੀਗੀ। ਅਸੀਂ ਤਾਂ ਇਹ ਕੇਸ ਵੀ ਨਹੀਂ ਦੱਸ ਸਕੇ। ਸੋ ਇਹ ਇਸ ਤਰ੍ਹਾਂ ਦਮਗਜੇ ਮਾਰਨੇ, ਮੇਰੇ ਖਿਆਲ ਪਹਿਲਾਂ ਆਪਣਾ ਕੇਸ ਸਟੱਡੀ ਕਰ ਲੈਣ ਸਾਰਾ, ਫਿਰ ਗੱਲ ਕਰਨ ਲੱਗੇ। ਤੁਸੀਂ ਠੀਕ ਕਹਿ ਰਹੇ ਹੋ। ਅੱਜ ਵੈਸੇ ਅਕਾਲੀ ਦਲ ਨੂੰ ਹੁਲਾਰਾ ਮਿਲਦਾ ਜਦੋਂ ਗੁਰਚਰਨ ਸਿੰਘ ਚੰਨੀ, ਜਿਹੜੇ ਇਹਨਾਂ ਦੀ ਆਫਿਸ ਵੀ ਬਹੁਤ ਦੇਖਦੇ ਰਹੇ ਆ, ਉਹਨਾਂ ਨੇ ਸ਼ਾਮਿਲ ਕਰਵਾ ਲਿਆ ਜਲੰਧਰ ਦੇ ਵਿੱਚ। ਉਹ ਸੰਯੁਕਤ ਅਕਾਲੀ ਦਲ ਨਾਲ ਚਲੇ ਗਏ ਸੀ ਪਿੱਛੇ। ਲੇਕਿਨ ਸਵਾਲ ਇਸ ਗੱਲ ਦਾ ਵੀ ਹੈ ਕਿ ਅਕਾਲੀ ਦਲ ਨੇ ਮੋਗੇ 'ਚ 2 ਹਲਕੇ ਬਦਲੇ ਨੇ। ਹੁਣ ਉਹ ਯਤਨ ਕਰ ਰਹੇ ਆ ਕਿ ਅਸੀਂ ਇਲੈਕਸ਼ਨ ਮੋਡ ਦੇ ਵਿੱਚ ਅੱਗੇ ਵਧੀਏ, ਪਰ ਬੁਨਿਆਦੀ ਸਵਾਲ ਅਜੇ ਵੀ ਉੱਥੇ ਕਿ ਜਦੋਂ
ਝੁੰਦਾ ਕਮੇਟੀ ਤੋਂ ਲੈ ਕੇ ਬਾਕੀ ਮਾਮਲੇ ਐਡਰੈਸ ਹੋਣ ਵਾਲੇ ਹੋਣਗੇ ਤਾਂ ਲੋਕ ਪ੍ਰਵਾਨਗੀ ਕਿਵੇਂ ਸੰਭਵ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।